ਚੋਣ ਲੜਵਾਈ, ਜਿਤਵਾਇਆ, ਸੰਸਦ 'ਚ ਭੇਜਿਆ, ਅਮਿਤ ਸ਼ਾਹ ਨਾਲ ਫੋਟੋਆਂ ਵੀ ਸੀ। ਬਾਅਦ ਚੋਂ ਦੀਪ ਸਿੱਧੂ ਨੇ ਵਿਚਾਰਧਾਰਕ ਤੌਰ ਤੇ ਲਕੀਰ ਖਿੱਚ ਦਿੱਤੀ। ਲਕੀਰ ਵੀ ਖਿੱਚੀ ਸਿੱਧੀ ਨਾਗਪੁਰ ਦੇ ਨਾਲ, ਦਿੱਲੀ ਦੇ ਨਾਲ। ਤੇ ਜਦੋਂ ਲਕੀਰਾਂ ਖਿੱਚੀਆਂ ਤਾਂ ਦੀਪ ਸਿੱਧੂ ਦੇ ਬਾਰੇ ਵੱਖ-ਵੱਖ ਤਰ੍ਹਾਂ ਦੇ ਬਿਆਨ ਆਉਣ ਲੱਗੇ। ਅੱਜ ਇੱਕ ਨਵਾਂ ਬਿਆਨ ਸਨੀ ਦਿਓਲ ਦਾ ਆਇਆ। ਪਹਿਲਾਂ ਤੁਹਾਨੂੰ ਉਹ ਬਿਆਨ ਦਿਖਾ ਦਈਏ ਸਨੀ ਦਿਓਲ ਨੇ ਕੀ ਲਿਖਿਆ। ਸਨੀ ਦਿਓਲ ਨੇ ਹੁਣੇ ਆਪਣੇ ਫੇਸਬੁੱਕ ਟਵਿੱਟਰ ਦੇ ਉੱਤੇ ਇੱਕ ਵੱਡੀ ਗੱਲ ਦੀਪ ਸਿੱਧੂ ਬਾਰੇ ਕਹੀ ਹੈਗੀ। ਪਤਾ ਨਹੀਂ ਕਿਉਂ ਕਹੀ ਹੈ, ਤਾਂ ਹੁਣ ਅੱਗੇ ਦੀਪ ਸਿੱਧੂ ਤੋਂ ਪੁੱਛਾਂਗੇ। मैं कला वही पढ़ देना कि दीप सिद्धू बारे की लिखा। दीप सिद्धू जो मेरे चुनाव के वक्त मेरे साथ था, लंबे समय से मेरे साथ नहीं है। वो जो कुछ कह रहा है और कर रहा है वो खुद अपनी इच्छा के अनुसार कर रहा है। मेरा उसकी किसी भी गतिविधि से कोई संबंध नहीं है। मैं अपनी पार्टी और किसानों के साथ हूं और हमेशा किसानों के साथ रहूंगा। हमारी सरकार ने हमेशा किसानों के भले के बारे में ही सोचा है और मुझे यकीन है कि सरकार उनके साथ बातचीत करके सही नतीजे पर पहुंचेगी। तो दीप सिद्धू के उत्ते सीधा अटैक कर रहे ने सनी दिओल। पुछदे दीप सिद्धू तो यह जा की हो गया। दीप कहते होंगे ਜਿਹੜੇ सब तो वधिया दोस्त होंगे वो सब तो बड़े दुश्मन बन जाते हैं। नहीं जी, दुश्मन नहीं बने, क्योंकि ये सनी भैया का बयान नहीं है। ਇਹਦੀਆਂ ਜੜਾਂ ਕਿਤੇ ਹੋਰ ਪਈਆਂ। ਸੋ ਪਰ ਆਏ ਆ ਵੀ ਮੈਂ ਇੱਕ ਗੱਲ ਕਹੂੰਗਾ ਵੀ ਉਹ ਮੇਰੇ ਭਰਾ, ਮੇਰੇ ਦੋਸਤ ਆ, ਉਹਨਾਂ ਲਈ ਆਪਾਂ ਕੋਈ ਵੀ ਮਾੜੀ ਸ਼ਬਦਾਵਲੀ ਨਾ ਵਰਤੀਏ। ਉਹ ਕਿਤੇ ਨਾ ਕਿਤੇ ਅੰਦਰ ਦਿਲ 'ਚ ਜਾ ਕੇ ਸੱਟ ਵੱਜਦੀ ਆ ਵੀ ਇਹ ਐਂ ਕਿਉਂ ਹੋ ਰਿਹਾ ਹਨਾ, ਇੰਨਾ ਰਿਸ਼ਤਾ ਏਡਾ ਗੂੜਾ। ਪਰ ਇਹਦੇ ਨਾਲ ਸਾਡੇ ਵਾਲਿਆਂ ਨੂੰ ਤਾਂ ਇੱਕ ਗੱਲ ਪਤਾ ਲੱਗ ਗਈ, ਜਿਹੜੇ ਮੈਨੂੰ ਇਹ ਕਹਿੰਦੇ ਰਹਿੰਦੇ ਸੀ ਵੀ ਇਹ ਤਾਂ ਪਲਾਂਟਡ ਬੰਦਾ ਹਨਾ, ਇਹ ਤਾਂ ਬੀਜੇਪੀ ਦਾ, ਉਹਨਾਂ ਨੂੰ ਤਾਂ ਗੱਲ ਕਲੀਅਰ ਹੋ ਗਈ ਵੀ ਮੱਥਾ ਕਿੱਥੇ ਲਾਈ ਬੈਠੇ ਆ ਤੇ ਕੀ ਕੁਝ ਹੋ ਰਿਹਾ। ਇੱਕ ਇਵੈਂਟ ਨਹੀਂ ਹੋਇਆ, ਇਵੈਂਟ ਕਾਫੀ ਹੋ ਗਏ। ਦੇਖੋ, ਇੱਕ ਪਾਸੇ ਸਨੀ ਦਿਓਲ ਬਾਈ ਤੋਂ ਆ ਖਬਰ ਲਵਾਉਣੀ, ਇਹ ਸਰਕਾਰ ਨੇ ਲਵਾਈ ਆ। ਦੂਜੀ ਗੱਲ, ਉੱਥੇ ਸ਼ੰਭੂ ਮੋਰਚੇ ਤੇ ਪ੍ਰੈਸ਼ਰ ਬਿਲਡ ਹੋਣਾ, ਔਰ ਉਹ ਪ੍ਰੈਸ਼ਰ ਕਦੋਂ ਬਿਲਡ ਹੋਇਆ, ਜਦੋਂ ਸਾਡੇ ਸੀਐਮ ਸਾਹਿਬ ਦੀ ਮੀਟਿੰਗ ਹੋਈ ਸੈਂਟਰ ਸਰਕਾਰ ਨਾਲ ਹਨਾ, ਉਦੋਂ ਬਾਅਦ ਉਹ ਪ੍ਰੈਸ਼ਰ ਬਿਲਡ ਹੋਇਆ ਵੀ ਜੀ ਨਹੀਂ ਤੁਸੀਂ ਸ਼ੰਭੂ ਮੋਰਚੇ ਤੇ ਟਾਈਟ ਕਰੋ ਆਪਦਾ ਕੰਮ ਹਨਾ, ਤੇ ਸਾਨੂੰ ਕਨਵਿੰਸ ਕਰਨਾ। ਚਲੋ ਅਸੀਂ ਤਾਂ ਇੱਥੇ ਆਉਣਾ ਹੀ ਸੀ, ਅੱਜ ਆਪਾਂ ਕਾਲ ਇਹ ਲੈ ਲਈ ਵੀ ਇੱਥੇ ਆ ਜਾਓ ਕੁੰਡਲੀ ਹੁਣ ਸਾਰੇ, ਪਰ ਸਾਨੂੰ ਕਨਵਿੰਸ ਕਰਨਾ ਉਸ ਗੱਲ ਲਈ ਵੀ ਨਹੀਂ ਤੁਸੀਂ ਹੁਣ ਇੱਥੋਂ ਆਪਦਾ ਮੋਰਚਾ ਚੱਕ ਲਓ, ਹੁਣ ਤਾਂ ਸਾਰੇ ਉੱਥੇ ਇਕੱਠੇ ਬੈਠੇ ਹੋ, ਚਲੋ ਅਸੀਂ ਆਉਣਾ ਸੀ, ਅਸੀਂ ਇਹ ਕਾਲ ਲੈ ਲਈ ਇੱਥੇ। ਨਾਲ ਇਹ ਦੇਖੋ ਵੀ ਫੇਰ ਜਥੇਬੰਦੀਆਂ ਤੋਂ ਸਟੇਟਮੈਂਟ ਦਿਵਾਉਣੀ, ਸਾਡੀਆਂ ਕਿਸਾਨ ਜਥੇਬੰਦੀਆਂ ਤੋਂ ਸਟੇਜ ਤੋਂ, ਵੀ ਦੀਪ ਸਿੱਧੂ ਨੂੰ ਨਹੀਂ ਬੋਲਣ ਦੇਣਾ। ਸੋ ਜਿਹੜਾ ਸੱਚ ਤੇ ਪਹਿਰਾ ਦੇਊਗਾ, ਸੱਚ ਦੀ ਗੱਲ ਕਰੂਗਾ, ਹੱਕ ਦੀ ਗੱਲ ਕਰੂਗਾ ਜਾਂ ਵੱਧ ਅਧਿਕਾਰਾਂ ਦੀ ਗੱਲ ਕਰੂਗਾ, ਉਹਨੂੰ ਇਸ ਸਿਸਟਮ ਚੋਂ ਬਾਹਰ ਕੱਢ ਕੇ ਸਿੱਟ ਦੇਣਗੇ। ਉਹਦੇ ਤੇ ਵੱਖਵਾਦੀ ਦੇ, ਐਂਟੀ ਨੈਸ਼ਨਲ ਦੇ ਜਾਂ ਅੱਤਵਾਦੀ ਦੇ ਇਲਜ਼ਾਮ ਲੱਗ ਜਾਣਗੇ, ਜਾਂ ਉਹਦੇ ਤੇ ਇਹ ਇਲਜ਼ਾਮ ਲੱਗ ਜਾਣਗੇ ਭੜਕਾਉਂਦੇ ਆ ਗੱਲ ਨੂੰ। ਪਰ ਮੈਂ ਇੱਕ ਵਾਰੀ ਫੇਰ ਸਾਡੇ ਦੋਸਤੀ ਦੀ ਇੱਕ ਮਰਿਆਦਾ ਹੁੰਦੀ ਹੈ ਨਾ, ਫਿਰ ਜਾਂ ਤਾਂ ਇਹ ਹੁੰਦਾ ਜਿਹੜੀ ਮੈਂ ਗੱਲ ਕਰ ਰਿਹਾ ਕਿ ਸਭ ਤੋਂ ਵਧੀਆ ਦੋਸਤ ਸਭ ਤੋਂ ਵੱਡੇ ਦੁਸ਼ਮਣ ਹੋ ਜਾਂਦੇ ਨੇ, ਜਾਂ ਫਿਰ ਦੋਸਤਾਂ ਜੇ ਖੜਕ ਵੀ ਜਾਵੇ, ਜੇ ਖੜਕ ਵੀ ਜਾਵੇ ਤਾਂ ਉਹ ਇੰਨੀ ਇੱਕ ਮਰਿਆਦਾ ਰੱਖਦੇ ਨੇ ਵੀ ਸਨੀ ਦਿਓਲ ਤੁਹਾਡੇ ਬਾਰੇ ਨਾ ਬੋਲਦੇ, ਕਿਉਂ ਬੋਲਣਾ ਪਿਆ ਫਿਰ? ਨਹੀਂ ਦੇਖੋ, ਮੇਰੀ ਗੱਲ ਸੁਣੋ, ਇਹ ਨਾ ਜਿਹੜੀ ਗੱਲ ਆ, ਸਟੇਟ ਨੇ ਬਹੁਤ ਵੱਡਾ ਇੱਕ ਨੈਰੇਟਿਵ ਸਿਰਜਤਾ ਮੇਰੇ ਲਈ ਵੀ ਇਹ ਖਾਲਿਸਤਾਨ ਦੀ ਸਪੋਰਟ ਕਰਦਾ ਜਾਂ ਇਹ ਵੱਖਵਾਦੀ ਆ ਜਾਂ ਐਂਟੀ ਨੈਸ਼ਨਲ ਆ। ਸਟੇਟ ਦੇ ਏਜੰਡੇ 'ਚ ਬਾਈ ਬਹੁਤ ਕੁਝ ਆ ਜਾਂਦਾ, ਵੱਡੇ 73 ਸਟੇਟ ਦੇ ਏਜੰਡੇ 'ਚ ਆ ਜਾਂਦੇ ਆ, ਉਹਨਾਂ ਦੇ ਨੈਰੇਟਿਵ 'ਚ ਆ ਜਾਂਦੇ ਆ ਹਨਾ, ਉਹਨਾਂ ਦੀ ਸਮਝ ਬਣ ਜਾਂਦੀ ਆ ਇਹ, ਤੇ ਉਸ ਸਮਝ 'ਚੋਂ ਇਹ ਗੱਲ ਕਰਦੇ ਆ। ਫਿਰ ਇਹ ਦੇਖੋ ਸਟੇਟ ਦੇ ਕਿੱਡੇ ਰਿਸੋਰਸਸ ਆ, ਕਿੱਡਾ ਵੱਡਾ ਏਜੰਡਾ ਉਹਨਾਂ ਕੋਲੇ। ਸੋ ਇਸ ਗੱਲ ਨੂੰ ਸਮਝ ਕੇ ਵੀ ਹਾਂ ਯਾਰ ਇਹ ਤਾਂ ਵਾਕਈ ਵੱਖਵਾਦ ਵਾਲੀਆਂ ਗੱਲਾਂ ਕਰਨ ਲੱਗ ਗਿਆ, ਫਿਰ ਬੰਦੇ ਡਿਸਟੈਂਸ ਕਰਨਾ ਸ਼ੁਰੂ ਕਰ ਲੈਂਦੇ ਆ ਆਪਦੇ ਆਪ ਨੂੰ, ਅਸਲ ਗੱਲ ਨਹੀਂ ਸਮਝਦੇ। ਸੋ ਉਹ ਜਿਹੜੀ ਡਿਸਟੈਂਸ ਕਰਦੇ ਆ, ਫਿਰ ਉੱਥੇ ਕਈ ਵਾਰੀ ਕੋਈ ਵੋਕਲ ਹੋ ਜਾਂਦਾ, ਕਈ ਵਾਰੀ ਵੋਕਲ ਨਹੀਂ ਹੁੰਦਾ। ਇਹ ਵੋਕਲ ਕਰਵਾਏ ਗਏ ਆ। ਹੁਣ ਸਨੀ ਦਿਓਲ ਤੋਂ ਕਿੰਨੀ ਸਟੇਟਮੈਂਟ ਦਵਾਈ ਆ ਹਨਾ, ਡੈਫੀਨੇਟਲੀ ਇਹ ਤਾਂ ਸਰਕਾਰ ਨੇ ਦਵਾਈ ਹੈ ਨਾ, ਜਿਹੜੀ ਅੱਜ ਦੀ ਹੁਕਮਰਾਨ ਧਿਰਾ ਬੀਜੇਪੀ ਆ, ਉਹਨਾਂ ਦੇ ਜਿਹੜੇ ਹਾਈ ਕਮਾਂਡ ਦੇ ਬੰਦੇ ਆ, ਉਹਨਾਂ ਨੇ ਦਵਾਈ ਆ। ਇਹ ਤਾਂ ਸਿੱਧੀ ਹੋਈ ਗੱਲ ਆ। ਪਰ ਮੈਂ ਜਥੇਬੰਦੀਆਂ ਨੂੰ ਇੱਕ ਵਾਰੀ ਫੇਰ ਕਹੂੰਗਾ, ਤੁਸੀਂ ਇੱਕ ਵਾਰੀ ਇਹ ਗੱਲ ਕਹੀ ਵੀ ਦੀਪ ਸਿੱਧੂ ਸਟੇਜ ਤੇ ਆ ਕੇ
ਨਹੀਂ ਬੋਲੂਗਾ। ਹਾਲਾਂਕਿ ਤੁਸੀਂ ਮਤਾ ਵੀ ਪਾਇਆ, ਮਤਾ ਵੀ ਪਾਇਆ। ਹਾਂ, ਮਤਾ ਪਾਇਆ। ਗੱਲ ਇਹ ਕਹੀ ਵੀ ਨੇੜੇ ਤੇੜੇ ਵੀ ਨਹੀਂ ਆਉਣ ਦੇਣਾ। ਗੱਲ ਮੈਂ ਉਦਾਂ ਹੀ ਆ ਕੇ ਸੰਗਤ 'ਚ ਬੈਠ ਕੇ ਇਹ ਗੱਲ ਕਹੀ ਵੀ ਜਿਵੇਂ ਤੁਸੀਂ ਕਹਿੰਦੇ ਹੋ ਸਿਰ ਮੱਥੇ, ਤੇ ਤੁਸੀਂ ਦੂਜੀ ਵਾਰੀ ਫੇਰ ਮੈਨੂੰ ਦੁਸ਼ਮਣ ਕਰਾਰ ਦੇ ਰਹੇ ਹੋ, ਤੇ ਮੈਂ ਦੂਜੀ ਵਾਰੀ ਫੇਰ ਕਹਿ ਰਿਹਾ ਸਿਰ ਮੱਥੇ। ਯਾਰ ਤੁਸੀਂ ਜੋ ਕਹਿੰਦੇ ਹੋ ਕੋਈ ਚੱਕਰ ਨਹੀਂ, ਮੈਂ ਬੋਲਣ ਨਹੀਂ ਆਇਆ, ਸਟੇਜ ਤੋਂ ਕੋਈ ਕੰਮ ਕਰਨ ਨਹੀਂ ਆਇਆ। ਸੋ ਕੋਈ ਗੱਲ ਨਹੀਂ। ਇਸ ਜਿਹੜਾ ਆਈਸੋਲੇਸ਼ਨ ਆ ਨਾ, ਆਪ ਇਹਨਾਂ ਨੂੰ ਵੀ ਇਹਨੂੰ ਬੈਡ ਨੇਮ ਦੇ ਦਿਓ, ਇਹਨੂੰ ਬਦਨਾਮ ਕਰ ਦਿਓ। ਇਹਦੇ ਵੱਲ ਮੈਨੂੰ ਧੱਕਣਗੇ, ਬੜਾ ਕੁਝ ਕਰਨਗੇ, ਹੋਰ ਕਿਤੇ ਗੱਲਾਂ ਨਹੀਂ ਬਣੀਆਂ ਤਾਂ ਜਿੱਥੇ ਜਿੱਥੇ ਇਹਨਾਂ ਨੂੰ ਅਟੈਕ ਮਿਲ ਰਿਹਾ ਹੈ ਕਰ ਰਹੇ ਆ। ਪਰ ਕੋਈ ਗੱਲ ਨਹੀਂ, ਕਿਤੇ ਸੱਚੇ ਪਾਤਸ਼ਾਹ ਵਾਹਿਗੁਰੂ, ਕਿਤੇ ਪ੍ਰਮਾਤਮਾ ਵੀ ਬੈਠਾ ਨਾ, ਕਿਤੇ ਉਹ ਲੋਕਾਂ ਦੇ ਦਿਲਾਂ 'ਚ ਵਸਦਾ। ਇਹਨਾਂ ਨੂੰ ਉਹ ਕਨੈਕਸ਼ਨ ਦਾ ਨਹੀਂ ਪਤਾ, ਉਸ ਕਨੈਕਸ਼ਨ ਦਾ ਸਮਝ ਹੀ ਨਹੀਂ ਆ ਸਕਦੀ। ਸੋ ਇੱਥੇ ਆ ਕੇ ਗੱਲ ਮੈਂ ਆਪਦੇ ਆਪ ਨੂੰ ਇਸ ਗੱਲ ਤੇ ਮੁਕਾ ਲੈਣਾ ਵੀ ਕੋਈ ਗੱਲ ਨਹੀਂ ਇਹਨਾਂ ਨੂੰ। ਸਨੀ ਦਿਓਲ ਨਾਲ ਲਾਸਟ ਵਾਰ ਗੱਲ ਕਦੋਂ ਹੋਈ ਸੀ ਤੁਹਾਡੀ? ਨਹੀਂ, ਉਹ ਤਾਂ ਮੈਂ ਜਦੋਂ ਪੰਜਾਬ ਆਇਆ ਸੀ ਜੀ, ਉਦੋਂ ਪਹਿਲਾਂ 10-15 ਦਿਨ ਹੋਈ ਸੀ। ਪੰਜਾਬ ਆਉਣ ਤੋਂ ਬਾਅਦ ਕਦੇ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ। ਇਹ ਵੀ ਸਨੀ ਦਿਓਲ ਨੂੰ ਇਤਰਾਜ਼ ਰਿਹਾ ਹੋਊ ਕਿ ਮੋਰਚਾ ਤਾਂ ਤੁਸੀਂ ਵੀ ਖੋਲਿਆ ਕਿ ਜੋ ਤੁਸੀਂ ਆਏ ਸੀ, ਇੰਟਰਵਿਊਆਂ ਦਿੱਤੀਆਂ, ਸਨੀ ਦਿਓਲ ਖਿਲਾਫ ਮੋਰਚਾ ਤਾਂ ਤੁਸੀਂ ਵੀ ਖੋਲਿਆ ਸੀਗਾ। ਹਾਂਜੀ, ਉਹਨਾਂ ਨੂੰ ਵੀ ਹੋ ਸਕਦਾ, ਬਿਲਕੁਲ ਹੋ ਸਕਦਾ ਜੀ, ਕਿਉਂ ਨਹੀਂ ਹੋ ਸਕਦਾ। ਸੋ ਇਸ ਕਰਕੇ ਜੇ ਮੈਂ ਇਹ ਗੱਲ ਕਹੀ, ਕਿਉਂਕਿ ਦੇਖੋ ਇਹਦੇ 'ਚ ਤਾਂ ਇੱਕ ਪਾਸੇ ਦੀ ਗੱਲ ਕਰਨੀ ਪੈਣੀ ਸੀ, ਜਾਂ ਤਾਂ ਪੰਜਾਬ ਦੇ ਨਾਲੋਂ ਤੇ ਕਿਸਾਨਾਂ ਦੇ ਨਾਲੋਂ, ਜਾਂ ਪੰਜਾਬ ਦੇ ਨਾਲ ਨਹੀਂ ਹੋ ਤੇ ਕਿਸਾਨਾਂ ਦੇ ਨਾਲ ਨਹੀਂ ਹੋ, ਵਿੱਚ ਵਿਚਾਲਾ ਤਾਂ ਕੁਝ ਵੀ ਨਹੀਂ ਆ। ਸੋ ਇਸੇ ਕਰਕੇ ਮੈਨੂੰ ਵੀ ਲਕੀਰ ਖਿੱਚਣੀ ਪੈਣੀ ਸੀ, ਜਾਂ ਤਾਂ ਆਪਦੇ ਵਾਲੇ ਲੋਕਾਂ ਦੇ ਨਾਲ ਖੜਾ ਕਿ ਸਰਕਾਰ ਦੇ ਨਾਲ ਖੜਾ। ਸੋ ਇਹ ਚੁਆਇਸ ਆ, ਜਿਹੜਾ ਕੋਈ ਆਪਦੀ ਚੁਆਇਸ ਬਣਾ ਲੈਂਦਾ, ਤੇ ਇਹ ਪੋਲੀਟੀਕਲ ਆਈਡੀਓਲੋਜੀਜ਼ ਤੇ ਵੀ ਗੱਲ ਆਉਂਦੀ ਆ, ਹਨਾ। ਸੋ ਕਈ ਵਾਰੀ ਪੋਲੀਟੀਕਲ ਆਈਡੀਓਲੋਜੀਜ਼ ਵੱਖਰੀਆਂ ਹੁੰਦੀਆਂ, ਪਰ ਉਹ ਆਈਡੀਓਲੋਜੀਜ਼ ਦੇ ਜਿਹੜੇ ਬੰਦੇ ਹੁੰਦੇ ਆ ਨਾ ਵੱਖਰੇ ਵੱਖਰੇ, ਉਹ ਇੱਕ ਦੂਜੇ ਦੇ ਖਿਲਾਫ ਪੋਜੀਸ਼ਨ ਲੈ ਲੈਂਦੇ ਆ, ਜਿਹੜੀ ਕਿ ਬਹੁਤ ਮਾੜੀ ਗੱਲ ਹੈ। ਇੱਕ ਦੂਜੇ ਦੇ ਖਿਲਾਫ ਪੋਜੀਸ਼ਨ ਨਹੀਂ ਲੈਣੀ ਚਾਹੀਦੀ। ਆਈਡੀਓਲੋਜੀਜ਼ ਵੱਖਰੀਆਂ ਵੱਖਰੀਆਂ ਹੋ ਸਕਦੀਆਂ, ਰਿਸ਼ਤੇ ਨਹੀਂ ਇਹਦੇ 'ਚ ਸਫਰ ਕਰਨੇ ਚਾਹੀਦੇ ਹੁੰਦੇ। ਪਰ ਮੈਂ ਕਹਿ ਰਿਹਾ ਕਿ ਵਿਅਕਤੀਗਤ ਚੀਜ਼ਾਂ ਅਲੱਗ ਹੁੰਦੀਆਂ, ਵਿਚਾਰਧਾਰਾ ਅਲੱਗ ਹੁੰਦੀ ਹੈਗੀ। ਬਿਲਕੁਲ, ਜੇ ਵਿਚਾਰਧਾਰਾ ਦੀ ਪੀਛ ਨੂੰ ਤੇ ਰਿਸ਼ਤੇ ਤਾਂ ਸਫਰ ਕਰਨਗੇ। ਫਿਰ ਨਹੀਂ, ਗੱਲ ਬਿਲਕੁਲ ਸਹੀ ਆ ਤੁਹਾਡੀ। ਜੇ ਵਿਚਾਰਧਾਰਕ ਸਟੈਂਡ ਹੋਣਗੇ, ਰਿਸ਼ਤੇ ਕਿਉਂ ਨਹੀਂ ਸਫਰ ਕਰਨਗੇ? ਨਹੀਂ, ਮੈਂ ਤੁਹਾਨੂੰ ਦੱਸਦਾ, ਅਸੀਂ 24 ਘੰਟੇ ਵਿਚਾਰਧਾਰਾ ਨੂੰ ਜੇਬ 'ਚ ਪਾ ਕੇ ਜਾਂ ਆਪਦੀ ਗੀਜੇ 'ਚ ਪਾ ਕੇ ਨਹੀਂ ਚੱਲਦੇ। ਵਿਚਾਰਧਾਰਾ ਇੱਕ ਮੋੜ ਤੇ ਆ ਕੇ ਹੀ ਸਾਡੇ ਸਾਹਮਣੇ ਆਉਂਦੀ ਆ। ਅਦਰਵਾਈਜ਼ ਤਾਂ ਫਿਰ ਤਾਂ ਐ ਤਾਂ ਵਿਚਾਰਧਾਰਾ ਹਿੰਦੂਆਂ ਦੀ ਵੱਖ ਆ, ਮੁਸਲਮਾਨਾਂ ਦੀ ਵੱਖ ਆ, ਸਿੱਖਾਂ ਦੀ ਵੱਖ ਆ, ਬਾਕੀ ਵਰਗਾਂ ਦੀ ਵੱਖ ਆ, ਪਰ ਕਿਉਂ ਰਹਿੰਦੇ ਆ ਇਕੱਠੇ ਭਾਈਚਾਰਕ ਸਾਂਝ ਤੇ ਆਪਸੀ ਵਿਚਾਰਧਾਰਾ ਤਾਂ ਖੀਸੇ 'ਚ ਪਾ ਕੇ ਚੱਲਣਾ ਪੈਂਦਾ। ਨਹੀਂ ਭਾਈ, ਨਹੀਂ। ਗੁਰੂ ਨਾਨਕ ਸਾਹਿਬ ਚੱਲੇ ਸੀਗੇ, ਆਪਦੇ ਬੇਟੇ ਨੂੰ, ਉਹਨਾਂ ਦੇ ਬੇਟੇ ਨੇ ਉਹ ਕੀਤਾ, ਉਹਨਾਂ ਨੇ ਕਿਹਾ ਨਹੀਂ ਮੇਰੇ ਲਈ ਵਿਚਾਰਧਾਰਾ ਇੰਪੋਰਟੈਂਟ ਆ। ਦੇਖੋ ਇਹ ਡਿਸਕਸ਼ਨ ਬੜੀ ਇੰਪੋਰਟੈਂਟ ਆ, ਬੜੀ ਵੱਡੀ ਆ। ਦੇਖੋ ਵਿਚਾਰਧਾਰਾ ਕੀ ਖੀਸੇ 'ਚ ਪਾ ਕੇ ਚੱਲੇ ਨਾ ਗੁਰੂ ਸਾਹਿਬ ਦਾ ਵਿਚਾਰਧਾਰਾ ਨਹੀਂ। ਦੇਖੋ ਕਦੇ ਵੀ ਉਹਨਾਂ ਨੇ ਆਪਦੇ ਆਪ ਨੂੰ ਵਿਚਾਰਧਾਰਾ 'ਚ ਕੈਦ ਹੀ ਨਹੀਂ ਕੀਤਾ। ਉਹਨਾਂ ਨੇ ਤਾਂ ਬ੍ਰਹਮੰਡ ਦੀ ਗੱਲ ਕੀਤੀ ਆ, ਅਕਾਲ ਦੀ ਗੱਲ ਕੀਤੀ ਆ, ਅਕਾਲ ਪੁਰਖ ਦੀ ਗੱਲ ਕੀਤੀ ਆ। ਤੁਸੀਂ ਇਹਦੇ ਤੋਂ ਮੈਂ ਐਗਜ਼ਾਮਪਲ ਦਿੰਨਾ, ਗੁਰੂ ਨਾਨਕ ਸਾਹਿਬ ਦੀ ਐਗਜ਼ਾਮਪਲ ਹੀ ਦਿੰਨੇ ਆਪਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਜੇ ਜਨੇਊ ਪਾਉਣ ਤੋਂ ਮਨਾ ਕੀਤਾ, ਦੇਖੋ ਉਹ ਵਿਚਾਰਧਾਰਾ ਦਾ ਖੰਡਨ ਨਹੀਂ ਕੀਤਾ, ਵਿਚਾਰਧਾਰਾ ਦੀ ਇੰਟਰਪ੍ਰੀਟੇਸ਼ਨ ਨੂੰ, ਜਿਹੜੀ ਪ੍ਰਚਲਿਤ ਧਾਰਾਵਾਂ ਸੀਗੀਆਂ ਉਸ ਵੇਲੇ ਦੀਆਂ, ਉਹਨਾਂ ਦਾ ਖੰਡਨ ਕੀਤਾ। ਉਹਨਾਂ ਨੇ ਇਹ ਨਹੀਂ ਕਿਹਾ ਮੈਂ ਵਿਅਕਤੀ ਤੇ ਵਿਚਾਰਧਾਰਾ ਦੇ ਸੰਦਰਭ 'ਚ ਗੱਲ ਕਰ ਰਿਹਾ ਕਿ ਜਦੋਂ ਤੁਹਾਡੀ ਇੱਕ ਵਿਅਕਤੀਗਤ ਰਾਏ ਆ, ਹਾਂਜੀ, ਇੱਕ ਤੁਹਾਡੀ ਵਿਚਾਰਧਾਰਾ, ਜਿਹੜਾ ਤੁਹਾਡਾ ਰਿਸ਼ਤਾ ਸਫਰ ਹੋ ਰਿਹਾ ਤੁਹਾਡਾ ਤੇ ਸਨੀ ਦਿਓਲ ਦਾ, ਉਸ ਸੰਦਰਭ 'ਚ ਗੱਲ ਹੋ ਰਹੀ ਹੈ ਨਾ। ਮੈਂ ਤਾਂ ਹਾਂਜੀ, ਨਹੀਂ ਦੇਖੋ ਉਸ ਸੰਦਰਭ 'ਚ ਗੱਲ ਨਹੀਂ, ਜਦੋਂ ਜ਼ਿੰਦਗੀ 'ਚ ਉਹ ਵਿਚਾਰਧਾਰਕ ਤਾਂ ਵਿਚਾਰਧਾਰਾ ਇੰਪੋਰਟੈਂਟ ਹੋ ਜੋ, ਉੱਥੇ ਵਿਅਕਤੀ ਇੰਪੋਰਟੈਂਟ ਨਹੀਂ ਰਿਹਾ ਨਾ। ਉੱਥੇ ਤਾਂ ਗੁਰਗੱਦੀ ਦਿੱਤੀ ਹੈ ਨਾ। ਗੁਰਗੱਦੀ ਤਾਂ ਗੁਰੂ ਸਾਹਿਬ ਨੇ ਉਹ ਅਕਾਲ ਪੁਰਖ ਦੀ ਜੋ ਮਰਜ਼ੀ ਦੇ ਨਾਲ ਇੱਕ ਗੱਲ ਚੱਲਦੀ ਹੈ, ਇੱਕ ਵਰਤਾਰਾ ਚੱਲਦਾ ਇਸ ਬ੍ਰਹਮੰਡ 'ਚ, ਉਸ ਬੰਦੇ ਨੂੰ ਦਿੱਤੀ ਜਿਹੜਾ ਉਹਦੇ ਨਾਲ ਮੇਲ ਖਾਂਦਾ। ਪਰ ਇਹਦਾ ਮਤਲਬ ਇਹ ਥੋੜੀ, ਉਹਨਾਂ ਨੇ ਇਹ ਥੋੜੀ ਕਹਿਤਾ ਸੀ ਵੀ ਤੂੰ ਮੇਰਾ ਪੁੱਤ ਹੀ ਨਹੀਂ ਆ। ਪਰਸਨਲ ਰਿਸ਼ਤੇ ਤਾਂ ਰੱਖੇ ਹੀ ਨਾ, ਪੁੱਤ ਤਾਂ ਹੋਊਗਾ ਹੀ ਨਾ ਉਹ। ਪਰ ਹਾਂ, ਗੁਰਗੱਦੀ ਤੇ ਉਹੀ ਬੰਦਾ ਬੈਠੂਗਾ ਜਿਹੜਾ ਉਸ ਅਕਾਲ ਪੁਰਖ ਦੀ, ਉਸ ਧਰਮ ਨੂੰ, ਜਿਵੇਂ ਇਸ ਸੰਸਾਰ ਸਾਜਿਆ ਉਹਨੂੰ ਉਸ ਤਰ੍ਹਾਂ ਦੇਖੂਗਾ ਤੇ ਮਨੁੱਖਤਾ ਦੀ ਗੱਲ ਕਰੂਗਾ। ਗਿਲਾ ਹੈ ਸਨੀ ਦਿਓਲ ਨਾਲ ਇਸ ਗੱਲ ਦਾ ਕੋਈ ਵੀ ਵਿਅਕਤੀਗਤ ਜਿਹੜੀ ਉਹ ਮਰਿਆਦਾ ਸੀ ਰਿਸ਼ਤਿਆਂ ਦੀ, ਉਹ ਪਾਰ ਕਰ ਗਿਆ ਸਨੀ ਦਿਓਲ? ਨਹੀਂ, ਮੈਨੂੰ ਦੇਖੋ ਕਰਵਾਤੀ ਕਿਸੇ ਨੇ, ਕਿਵੇਂ ਕਰਵਾ ਦੂ? ਦੀਪ ਸਿੱਧੂ ਨੂੰ ਕੋਈ ਕਹੇ ਕਰਵਾ ਦੂ? ਦੀਪ ਸਿੱਧੂ ਨੂੰ ਸ਼ੰਭੂ ਮੋਰਚੇ ਵਾਲੇ ਕਹਿ ਦੇਣ ਵੀ ਐਂ ਕਰਦੇ ਆ, ਥੋੜੀ ਕਰ ਦੋਗੇ। ਤੁਹਾਡੀ ਆਪਦੀ ਰਾਏ ਵੀ ਤਾਂ ਕੋਈ ਹੋਊਗੀ। ਜੇ ਮੰਨ ਲਓ ਸਨੀ ਦਿਓਲ ਨੂੰ ਆਰਐਸਐਸ ਕਹਿ ਰਹੇ ਹੋ, ਬੀਜੇਪੀ ਕਹਿ ਰਹੇ ਹੋਊਗੀ, ਉਹਦਾ ਵੀ ਤਾਂ ਦਿਮਾਗ ਕੰਮ ਕਰਦਾ ਹੈ। ਨਹੀਂ, ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਇਹਦੇ ਲਈ ਪਹਿਲੀ ਗੱਲ ਤਾਂ ਸਨੀ ਬਾਈ ਵੱਡੇ ਆ, ਤੇ ਸਾਨੂੰ ਤਾਂ ਇਹੀ ਸਿਖਾਇਆ ਜਾਂਦਾ ਵੀ ਕੋਈ ਨਹੀਂ, ਔਰ ਉਹਨਾਂ ਦੀ ਮੈਂ ਬਹੁਤ ਇੱਜ਼ਤ ਕਰਦਾ, ਪਿਆਰ ਕਰਦਾ, ਹਨਾ। ਤੇ ਕੋਈ ਨਹੀਂ,
ਜੇ ਕਈ ਉਹਨਾਂ ਦੀਆਂ ਮਜਬੂਰੀਆਂ ਹੋ ਸਕਦੀਆਂ, ਪਾਰਟੀ ਦੇ ਸਾਹਮਣੇ ਮਜਬੂਰੀਆਂ ਹੋ ਸਕਦੀਆਂ, ਉਹ ਵੱਖਰੀ ਗੱਲ ਆ, ਪਰ ਮੇਰਾ ਕੋਈ ਗਿਲਾ ਨਹੀਂ ਹੈ ਇਸ ਗੱਲ ਤੋਂ। ਚਲੋ ਆਪਾਂ ਛੋਟਿਆਂ ਨੂੰ ਗਾਲਾਂ ਵੀ ਕੱਢ ਦਿੰਨੇ ਆ, ਛੋਟਿਆਂ ਨੂੰ ਆਪਾਂ ਕਈ ਵਾਰੀ ਬਹੁਤ ਉਹਨਾਂ ਤੇ ਸਖਤ ਹੋ ਜਾਂਦੇ ਆ, ਹਨਾ। ਸੋ ਉਸੇ ਤਰ੍ਹਾਂ ਹੀ ਇਸ ਗੱਲ ਨੂੰ ਲੈ ਲਓ। ਜੇ ਛੋਟਾ ਹੁੰਦਾ ਸਨੀ ਦਿਓਲ ਫਿਰ ਘੂਰ ਦਿੰਦੇ, ਫਿਰ ਘੂਰ ਦੇਣਾ ਸੀ ਫਿਰ ਘੂਰ ਦੇਣਾ ਸੀ, ਫਿਰ ਕਹਿਣਾ ਸੀ ਤੇਰੀ ਜ਼ਰੂਰਤ ਕਿਵੇਂ ਹੋਈ, ਹਨਾ। ਪਰ ਸਨੀ ਬਾਈ ਇੱਥੇ ਸਨੀ ਬਾਈ ਵੱਡੇ ਆ, ਤੇ ਉਹਨਾਂ ਦਾ ਫਿਰ ਜੋ ਉਹਨਾਂ ਨੂੰ ਠੀਕ ਲੱਗਿਆ ਉਹ ਵੀ ਸਿਰ ਮੱਥੇ ਹੀ ਲੈਣਾ ਪਊਗਾ। ਕੀ ਲੱਗਦਾ ਫਿਰ ਹੁਣ ਜਥੇਬੰਦੀਆਂ ਵਾਲੀ ਗੱਲ ਦਾ ਕੋਈ ਡੈਡਲੌਕ ਤੁਹਾਡਾ ਟੁੱਟਦਾ ਨਜ਼ਰ ਤਾਂ ਨਹੀਂ ਆ ਰਿਹਾ? ਵਿੱਚ ਦੀ ਅਫਵਾਹਾਂ ਉੱਡ ਗਈਆਂ ਸੀਗੀਆਂ ਕਿ ਦੀਪ ਸਿੱਧੂ ਆਪਣੀ ਸਟੇਜ ਲਾਊਗਾ। ਨਹੀਂ ਭਾਈ, ਕਦੇ ਵੀ ਨਹੀਂ ਹੋ ਸਕਦਾ। ਤੁਸੀਂ ਦੇਖੋ ਫਿਰ ਮੇਰਾ ਉੱਥੇ ਜਾ ਕੇ ਬਹਿਣ ਦਾ ਕੀ ਮਤਲਬ? ਇਹ ਤਾਂ ਅਫਵਾਹ ਉੱਡਦੀ ਰਹਿੰਦੀ ਆ, ਪਰ ਜਦੋਂ ਕੋਈ ਕੰਫਰਮੇਸ਼ਨ ਲੈਣੀ ਆ ਉਹ ਮੇਰੇ ਤੋਂ ਲਿਆ ਕਰੋ। ਮੈਂ ਭਾਈ ਕਿਹਾ ਚਰਚੇ ਹੀ ਕਿਹਾਗਾ, ਮੈਂ ਕੌਣ ਹੁੰਨਾ ਵੱਖਰੀ ਸਟੇਜ ਲਾਉਣ ਵਾਲਾ? ਐਡੇ ਕਿੱਡੇ ਆਪਾਂ ਕੀ ਬਣ ਗਏ ਆ? ਤੇ ਉਹ ਕੋਈ ਗੱਲ ਨਹੀਂ ਆ। ਆਪਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ 'ਚ ਚੱਲ ਰਹੇ ਆ। ਇਹ ਜ਼ਰੂਰ ਆ ਵੀ ਮੈਂ ਉਹਨਾਂ ਨੂੰ ਇਹ ਇੱਕ ਵਾਰੀ ਫੇਰ ਅਰਜ਼ ਕਰਦਾ, ਬੇਨਤੀ ਕਰਦਾ ਵੀ ਇੱਕ ਟੀਮ ਦੀ ਤਰ੍ਹਾਂ ਕੰਮ ਕੀਤਾ ਜਾਵੇ, ਇੱਕ ਟੀਮ ਦੀ ਤਰ੍ਹਾਂ ਬ੍ਰੇਨਸਟਾਰਮ ਕੀਤਾ ਜਾਵੇ। ਸਿਚੁਏਸ਼ਨ ਜੇ ਸਾਨੂੰ ਲੱਗਦਾ ਨਾ ਵੀ ਅਸੀਂ ਜਿੱਤੀ ਬੈਠੇ ਆ, ਸਰਕਾਰ ਨੂੰ ਤਾਂ ਝੁਕਾਈ ਬੈਠੇ ਆ, ਇਹ ਖਾਲਾ ਜੀ ਦਾ ਵਾੜਾ ਨਹੀਂ ਆ, ਇੰਡੀਅਨ ਸਟੇਟ ਖਾਲਾ ਜੀ ਦਾ ਵਾੜਾ ਨਹੀਂ ਆ। ਇਹਦੀਆਂ ਸਾਡੀ ਲੜਾਈ ਆ ਜਿਹੜੀ, ਇਹ ਬਹੁਤ ਦੂਰ ਤੱਕ ਆ। ਕੱਲੀ ਦਿੱਲੀ ਸਰਕਾਰ ਨਾਲ ਨਹੀਂ ਲੜ ਰਹੇ ਅਸੀਂ, ਇੱਕ ਨਿਊ ਵਰਲਡ ਆਰਡਰ ਦੇ ਨਾਲ ਲੜ ਰਹੇ ਹਾਂ ਅਸੀਂ, ਹਨਾ। ਇੱਕ ਕਾਰਪੋਰੇਟ ਸਟਰਕਚਰ ਦੇ ਨਾਲ ਲੜ ਰਹੇ ਹਾਂ, ਕਾਰਪੋਰੇਟਾਈਜੇਸ਼ਨ ਨਾਲ ਲੜ ਰਹੇ ਹਾਂ, ਜਿਹੜੀ ਕਿ ਅਮਰੀਕਾ ਤੋਂ ਤੁਰਦੀ ਆ, ਜਿਹੜੀ ਵਰਲਡ ਪਾਵਰ ਆ। ਸੋ ਪੰਜਾਬ ਨੇ ਸਿੱਧੀ ਜਿਹੜੀ ਲੜਾਈ ਆ ਨਾ, ਉਹ ਬਹੁਤ ਦੂਰ ਆਪਦੀ ਲੈ ਗਏ ਆ ਅਸੀਂ, ਤੇ ਇਸ ਕਰਕੇ ਸਾਰੀ ਦੁਨੀਆ ਦੇਖ ਰਹੀ ਆ ਇੱਥੇ ਅਗਲਾ ਸਟੈਪ ਕੀ ਹੋਵੇ, ਰਣਨੀਤੀ ਕੀ ਹੋਵੇ, ਅਸੀਂ ਆਪਦਾ ਨੈਰੇਟਿਵ ਕਿਵੇਂ ਸਿਰਜਣਾ। ਕਿਉਂਕਿ ਸਾਨੂੰ ਦੇਖੋ ਨੈਸ਼ਨਲ ਮੀਡੀਆ ਜਮਾਂ ਹੀ ਸਾਥ ਨਹੀਂ ਦੇ ਰਿਹਾ, ਤੇ ਇੰਟਰਨੈਸ਼ਨਲੀ ਵੀ ਇੱਥੇ ਤੁਸੀਂ ਸਾਰੇ ਤਾਂ ਤੁਸੀਂ ਸਾਨੂੰ ਬਹੁਤ ਸਪੋਰਟ ਕਰ ਰਹੇ ਹੋ, ਇਹ ਤਾਂ ਪਰਿਵਾਰ ਵਾਂਗੂ ਹੀ ਸਪੋਰਟ ਕਰ ਰਹੇ ਹੋ, ਕਿਉਂਕਿ ਤੁਹਾਨੂੰ ਪਤਾ ਸੱਚ ਦੇ ਨਾਲ ਖੜੇ ਹੋ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਨੈਸ਼ਨਲ ਮੀਡੀਆ ਦੇ ਤੇਵਰ ਕੁਛ ਅਲੱਗ ਆ, ਤੇ ਉਹ ਲੋਕ ਜੋ ਸ਼ਹਿਰਾਂ 'ਚ ਬੈਠੇ ਜੋ ਸੋਚ ਰਹੇ ਆ ਸਾਡੇ ਬਾਰੇ, ਉਹ ਵੀ ਉਹਨਾਂ ਦੀ ਸਮਝ ਵੀ ਅੱਡ ਆ। ਤੇ ਅਜੇ ਲੜਾਈ ਬਹੁਤ ਲੰਬੀ ਵੀ ਲੜਨੀ ਆ, ਤੇ ਬੜੀ ਸਾਨੂੰ ਸਮਝਦਾਰੀ ਨਾਲ ਲੜਨੀ ਪੈਣੀ ਆ। ਉਹਨਾਂ ਨੂੰ ਵੀ ਪਬਲਿਕ ਸਿੰਪਥੀ ਜਦੋਂ ਤੱਕ ਪੂਰੇ ਤੌਰ ਤੇ ਤੁਹਾਡੇ ਵੱਲ ਨਹੀਂ ਆਊਗੀ ਨਾ, ਉਦੋਂ ਤੱਕ ਜੇ ਸਰਕਾਰ ਤੇ ਪ੍ਰੈਸ਼ਰ ਪੈ ਜਾਊਗਾ। ਦੇਖੋ ਅੱਜ ਤਾਂ ਕੜੇ ਬੈਠੇ ਆ ਨਾ, ਉਹ ਡੈਡਲੌਕ ਹੋਰ ਜ਼ਿਆਦਾ ਸਟਰੋਂਗ ਹੋਈ ਜਾਂਦਾ। ਜਿੰਨਾ ਸਟਰੋਂਗ ਹੋ ਰਿਹਾ ਉਨਾ ਹੀ ਡੇਂਜਰਸ ਹੋ ਰਿਹਾ ਹੈ। ਜਿਹੜੀ ਗੱਲ ਤੁਸੀਂ ਇਹ ਕਹੀ ਕਿ ਉਹ ਜਚਾ ਦਿੰਦੇ ਨੇ ਕਿ ਵੱਖਵਾਦੀ ਨੇ, ਜਦੋਂ ਵੱਖਵਾਦੀ ਕਹਿੰਦੇ ਆ, ਅੱਤਵਾਦੀ ਕਹਿੰਦੇ ਆ, ਲੋਕ ਵੀ ਦੂਰ ਹੁੰਦੇ ਆ। ਜਦੋਂ ਦੀਪ ਸਿੱਧੂ ਇਹ ਸਾਰੇ ਸਟੈਂਡ ਲੈ ਰਿਹਾ ਸੀਗਾ, ਤੁਹਾਨੂੰ ਅਸੀਂ ਦੇਖਿਆਗਾ ਇਵੋਲਵ ਹੁੰਦਿਆਂ ਜਾਂ ਇਹ ਸਮਝ ਬਣਾਉਂਦਿਆਂ, ਮੈਂ ਬਹੁਤ ਨੇੜੋਂ ਦੇਖਿਆਗਾ। ਉਦੋਂ ਤੁਹਾਨੂੰ ਇਹ ਗੱਲ ਪਤਾ ਸੀ? ਜੇ ਪਤਾ ਸੀ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਰਾਜਨੀਤੀ ਦੇ ਨਾਲ ਰਣਨੀਤੀ ਬੜੀ ਇੰਪੋਰਟੈਂਟ ਹੁੰਦੀ ਹੈਗੀ? ਤੁਸੀਂ ਤੇ ਖੁੱਲ ਕੇ ਗੱਲ ਕਰਨ ਲੱਗ ਗਏ, ਸਾਰੀਆਂ ਗੱਲਾਂ ਹੀ ਖੋਲਤੀਆਂ ਤੁਸੀਂ। ਮੈਂ ਤੁਹਾਨੂੰ ਦੱਸਦਾ, ਜਿਹੜੀ ਰਾਜਨੀਤੀ ਹੁੰਦੀ ਆ ਨਾ, ਮੈਂ ਵੋਟਾਂ ਦੀ ਰਾਜਨੀਤੀ ਤਾਂ ਨਹੀਂ ਕਰਨਾ ਆ। ਇਹ ਤਾਂ ਵੋਟਾਂ ਵਾਲੇ ਸੋਚਦੇ ਆ ਵੀ ਕੀ ਗੱਲ ਕਰਨੀ ਆ, ਕਿਵੇਂ ਕਰਨੀ ਆ, ਤੇ ਉਹਦੇ ਨਾਲ ਕੀ ਸਿੱਟੇ ਨਿਕਲਣਗੇ। ਮੈਂ ਵੋਟਾਂ ਵਾਲੀ ਰਾਜਨੀਤੀ ਨਹੀਂ ਕਰਨਾ ਆ। ਪਹਿਲਾ ਮਕਸਦ ਸਾਡਾ ਇਹ ਸੀ ਵੀ ਪੰਜਾਬ ਨੂੰ ਆਪਦੇ ਹੱਕਾਂ ਬਾਰੇ ਜਾਗਰੂਕ ਕੀਤਾ ਜਾਵੇ। ਪੰਜਾਬ ਅੱਜ ਦੇਖੋ ਤੁਸੀਂ, ਹੋਂਦ ਦੀ ਲੜਾਈ ਸਿਰਫ ਸ਼ੰਭੂ ਮੋਰਚੇ ਤੋਂ ਹੁੰਦੀ ਸੀ, ਇਹ ਗੱਲ ਅੱਜ ਇੱਥੇ ਸਟੇਜ ਦਾ ਨੈਰੇਟਿਵ ਬਣਿਆ ਹੋਇਆ ਹੋਂਦ ਦੀ ਲੜਾਈ। ਹੁਣ ਜਿਹੜੀ ਲੜ ਰਹੀ ਧਿਰ ਹੁੰਦੀ ਆ ਨਾ, ਸੰਘਰਸ਼ ਕਰ ਰਹੀ ਆ, ਉਹਨਾਂ 'ਚ ਵੀ ਕਿਤੇ ਨਾ ਕਿਤੇ ਕੌਨਫਲਿਕਟ ਹੁੰਦਾ, ਉਹੀ ਵਿਚਾਰਧਾਰਾ ਦਾ। ਸਾਨੂੰ ਲੱਗਦਾ ਵੀ ਅੱਜ ਜਿਹੜੇ ਸਾਡੇ ਕਮਿਊਨਿਸਟ ਸੀ, ਲੈਫਟ ਵਾਲੇ ਸੀ, ਉਹ ਵੀ ਇਵੋਲਵ ਹੋ ਗਏ, ਪਰ ਉਹ ਇਵੋਲਵ ਹੋ ਗਏ ਕਿ ਉਹਨਾਂ ਦੀ ਸਮਝ ਕੁਝ ਹੋਰ ਬਣੀ ਹੋਈ ਆ। ਇਹ ਵੀ ਸਾਨੂੰ ਦੇਖਣਾ ਪਊਗਾ। ਰਣਨੀਤੀ ਹੁਣ ਇੰਪੋਰਟੈਂਟ ਆ, ਅੰਦਰੂਨੀ ਵੀ ਤੇ ਬਾਹਰਲੀ ਵੀ। ਸੋ ਮੈਂ ਇਵੋਲਵ ਹੋ ਗਏ, ਫਿਰ ਦੀਪ ਸਿੱਧੂ ਕਿਉਂ ਬੁਰਾ ਲੱਗਦਾ? ਉੱਥੇ ਡੋਮੀਨੇਟ ਤੇ ਲੈਫਟ ਹੀ ਕਰਦਾ ਨਾ। ਨਹੀਂ, ਡੋਮੀਨੇਟ ਲੈਫਟ ਇਵੋਲਵ ਹੋ ਗਿਆ ਲੈਫਟ, ਤਾਂ ਫਿਰ ਦੀਪ ਸਿੱਧੂ ਦਾ ਨੈਰੇਟਿਵ ਉਹਨਾਂ ਨੂੰ ਕਿਉਂ ਠੀਕ ਨਹੀਂ ਲੱਗ ਰਿਹਾ? ਜਿਹੜਾ ਤੁਸੀਂ ਕਹਿੰਦੇ ਹੋਗੇ ਕਿ ਲੜਾਈ ਸਿਰਫ ਕਿਸਾਨੀ ਅੰਦੋਲਨ ਤੱਕ ਨਹੀਂ ਹੈ, ਲੜਾਈ ਤੇ ਵੱਡੀ ਹੈਗੀ। ਨਹੀਂ, ਦੇਖੋ ਲੜਾਈ ਦੀ ਜੜ ਜਿਹੜੀ ਸਾਡੇ ਪ੍ਰੋਬਲਮ ਦੀ ਪਈ ਆ ਨਾ, ਉਹ ਪਈ ਆ ਯੂਨਿਟਰੀ ਫਾਰਮ ਆਫ ਗਵਰਨਮੈਂਟ 'ਚ। ਜਿੱਥੇ ਅਸੀਂ ਵੱਧ ਅਧਿਕਾਰਾਂ ਦੀ ਗੱਲ ਕਰਨ ਲੱਗੇ, ਫੈਡਰਲ ਸਟਰਕਚਰ ਦੀ ਗੱਲ ਕਰਨ ਲੱਗੇ, ਜੜ ਤਾਂ ਉੱਥੇ ਪਈ ਆ। ਦੀਪ ਸਿੱਧੂ ਕਿਉਂ ਬੁਰਾ ਲੱਗਦਾ? ਜੇ ਮੈਂ ਇਹਦੀ ਖੁੱਲ ਕੇ ਤੁਹਾਨੂੰ ਗੱਲ ਕਰਾਂ, ਅੱਜ ਇਹ ਡੈਡਲੌਕ ਕਿਤੇ ਕਿਸੇ ਕਲੈਸ਼ ਤੱਕ ਨਾ ਪਹੁੰਚ ਜੇ। ਹੁਣ ਦੀਪ ਸਿੱਧੂ ਇਹ ਚਾਹੁੰਦਾ ਵੀ ਸਾਡਾ ਜਾਗਿਆ ਹੋਇਆ ਪੰਜਾਬ, ਸਾਡਾ ਜਾਗਿਆ ਹੋਇਆ ਹਰਿਆਣਾ, ਸਾਡੇ ਲੋਕਾਂ ਦਾ ਕੋਈ ਨੁਕਸਾਨ ਨਾ ਹੋ ਜੇ, ਤੇ ਗੱਲ ਵੱਧ ਰਹੀ ਹੈ ਕਲੈਸ਼ ਵੱਲ।
ਕਿਉਂ ਇਹ ਗੱਲ ਦੀ ਉਹਨਾਂ ਨੂੰ ਸਮਝ ਨਹੀਂ ਦੇਖੋ, ਜੇ ਸਮਝ ਹੁੰਦੀ ਤਾਂ ਟੀਮ ਵਾਂਗੂ ਕੰਮ ਕਰਦੇ। ਜੇ ਸਮਝ ਹੁੰਦੀ ਇਸ ਗੱਲ ਦੀ ਤਾਂ ਅਸੀਂ ਹੁਣ ਤੱਕ ਬ੍ਰੇਨਸਟਾਰਮ ਕਰਦੇ, ਇਸ ਡੈਡਲੌਕ ਨੂੰ ਕਿਵੇਂ ਬ੍ਰੇਕ ਕਰਨਾ, ਇਸ ਗੱਲ ਤੇ ਗੱਲ ਹੁੰਦੀ। ਜੇ ਹੋ ਰਹੀ ਹੈ ਇਹ ਗੱਲ ਤਾਂ ਬਹੁਤ ਵਧੀਆ ਗੱਲ ਆ। ਮੈਂ ਤਾਂ ਇੱਕੋ ਹੀ ਗੱਲ ਕਰ ਰਿਹਾ ਵੀ ਇੱਥੇ ਇੱਕ ਇੱਕ ਆਇਆ ਹੋਇਆ ਬੰਦਾ ਸਾਡੀ ਦੌਲਤ ਆ, ਸਾਡੀ ਧਰੋਹਰ ਆ, ਇਹਨਾਂ ਨੂੰ ਅਸੀਂ ਸੇਫਲੀ ਵਾਪਸ ਲੈ ਕੇ ਜਾਣਾ। ਇਹਨਾਂ ਨੇ ਹਜੇ ਬਹੁਤ ਕੁਝ ਕਰਨਾ, ਬੜੀਆਂ ਜਾ ਕੇ ਸੰਘਰਸ਼ ਲੜਨੇ ਆ ਹਜੇ ਆਪਦੀ ਧਰਤੀ ਖਾਤਰ, ਆਪਦੇ ਹੱਕਾਂ ਖਾਤਰ। ਸੋ ਇੱਥੇ ਅਸੀਂ ਨੁਕਸਾਨ ਨਹੀਂ ਕਰਾ ਕੇ ਜਾਣਾ। ਸੋ ਸਾਡੀ ਆਉਣ ਵਾਲੀ ਰਣਨੀਤੀ, ਆਉਣ ਵਾਲਾ ਸਾਡਾ ਜਿਹੜਾ ਸਟਰਕਚਰ ਹੋਊਗਾ, ਜਾਂ ਅਸੀਂ ਜਿਹੜਾ ਡਾਇਲੌਗ 'ਚ ਬੈਠੇ ਆ, ਹਜੇ 9 ਤਰੀਕ ਨੂੰ ਵੀ ਮੀਟਿੰਗ ਹੋਣੀ ਆ, ਉਹਦੇ 'ਚ ਇਹ ਸਾਰੀਆਂ ਗੱਲਾਂ ਲੈ ਕੇ ਜਾਈਏ। ਇਹ ਗੱਲਾਂ ਆਪਦੇ ਮਨਾਂ 'ਚ ਲੈ ਕੇ ਜਾਓ, ਉਸ ਅਕੋਰਡਿੰਗਲੀ ਰਣਨੀਤੀ ਘੜੀਏ। ਇਹ ਨਾ ਹੋਵੇ ਕਿਤੇ ਵੀ ਅੱਜ ਸਾਨੂੰ ਦੇਖ ਰਿਹਾ ਵੀ ਉਸ ਸਟੇਜ ਤੋਂ ਜਿੱਥੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਕਹਿਣ ਦਿੰਦੇ ਹੁੰਦੇ ਸੀ, ਤੇ ਅੱਜ ਉੱਥੇ ਸਿਰਫ ਗੱਲ ਵੀ ਜਕਾਰੇ ਦੇ ਨਾਲ ਹੀ ਸ਼ੁਰੂ ਕਰਦੇ ਆ ਆਪਾਂ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੇ ਇੰਨੀ ਇਵੋਲਵ ਦਾ ਪ੍ਰੋਸੈਸ ਆ ਜਿਹੜਾ ਇਹਦੇ ਵਿੱਚ, ਜਰਨੀ ਦੇ ਵਿੱਚ ਪਿਆ ਕੀ ਆ ਪਿੱਛੇ, ਜੇ ਇਹ ਕਿਸੇ ਨੂੰ ਸਮਝ ਨਹੀਂ ਆਇਆ ਨਾ, ਫਿਰ ਬੜੀ ਵੱਡੀ ਪ੍ਰੋਬਲਮ ਹੋ ਜਾਊਗੀ ਸਾਡੇ ਲਈ। ਸੋ ਇਹ ਜਿਹੜਾ ਇਵੋਲਵ ਹੋਏ ਆ ਨਾ, ਜੇ ਕਿਤੇ ਇਹ ਕਲੈਸ਼ ਦੇ ਚੱਕਰ 'ਚ ਇੰਨੀ ਇਵੋਲਵਮੈਂਟ ਆ ਗਈ ਆ, ਤੇ ਉਹ ਜਿਹੜੀ ਡੋਮੀਨੇਸ਼ਨ ਸੀ ਲੈਫਟ ਦੀ, ਉਹ ਕਲੈਸ਼ ਦੇ ਚੱਕਰ 'ਚ ਉਹਨਾਂ ਨੇ ਇਹ ਦਿਖਾ ਰਹੇ ਆ ਵੀ ਅਸੀਂ ਇਵੋਲਵ ਹੋ ਗਏ, ਫਿਰ ਬੜੀ ਪ੍ਰੋਬਲਮ ਚੱਲ ਰਹੀ। ਉਹਨਾਂ ਨੂੰ ਮੈਂ ਆਫ ਦੀ ਰਿਕਾਰਡ ਤੁਹਾਨੂੰ, ਚਲੋ ਨਾ ਕਿਸੇ ਦਾ ਕੋਟ ਨਾ ਕਰਾਂ, ਉਹਨਾਂ ਨੂੰ ਤਾਂ ਲੱਗਦਾ ਦੀਪ ਸਿੱਧੂ ਸਟੇਟ ਦਾ ਬੰਦਾ ਹੈ। ਹਾਂਜੀ, ਸਟੇਟ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕਾਂ ਨੂੰ ਖਾਲਿਸਤਾਨ ਦੇ ਨਾਂ ਦੇ ਉੱਤੇ, ਬਹੁਤ ਸਾਰੇ ਨਾਵਾਂ ਦੇ ਉੱਤੇ ਇੱਕ ਪੋਲਰਾਈਜੇਸ਼ਨ ਕਰਨਾ ਚਾਹੁੰਦੀ ਹੈ ਹਿੰਦੂਆਂ ਦਾ। ਬੀਜੇਪੀ ਹਿੰਦੂਆਂ ਦਾ ਪੋਲਰਾਈਜੇਸ਼ਨ ਕਰਦੀ ਰਹੀ, ਥਰੂ ਦੀਪ ਸਿੱਧੂ ਹੋ ਜਾਊਗਾ ਤੇ ਬੀਜੇਪੀ ਸਰਕਾਰ ਬਣਾ ਜੂ। ਇਹ ਉਹ ਆਫ ਦੀ ਰਿਕਾਰਡ ਸੋਚਦੇ ਨੇ ਤੁਹਾਡੇ ਸੋ ਇੱਕ ਕੰਮ ਕਰਦੇ ਆ, ਸਟੇਟ ਦੇ ਪਲਾਂਟਡ ਬੰਦੇ ਹੋ। ਆਪਾਂ ਇੱਕ ਕੰਮ ਕਰਦੇ ਆ, ਅੱਜ ਤੋਂ ਬਾਅਦ ਮੈਂ ਬੋਲਦਾ ਹੀ ਨਹੀਂ, ਲੋ ਇੱਕ ਵੀ ਇੰਟਰਵਿਊ ਨਹੀਂ ਦਿੰਦਾ। ਆਪਾਂ ਗੱਲਾਂ ਉਹਨਾਂ ਨੂੰ ਕੋਲੋਂ ਇਕੱਠੇ ਬਹਿ ਜਾਈਏ, ਆਪਾਂ ਨਾ ਮੈਂ ਸਟੇਜ ਤੋਂ ਬੋਲਾਂ, ਨਾ ਕੋਈ ਇੰਟਰਵਿਊ ਦੇਵਾਂ, ਨਾ ਇਲੈਕਸ਼ਨ ਲੜਾਂ। ਪੋਲਰਾਈਜੇਸ਼ਨ ਤਾਂ ਹੀ ਕਰੂੰਗਾ ਨਾ ਕਿਤੇ ਤਾਂ ਆਪਦਾ ਧਿਰ ਕ੍ਰੀਏਟ ਕਰੂੰਗਾ ਮੈਂ, ਨਾ ਆਰਗੇਨਾਈਜੇਸ਼ਨ ਬਣਾਵਾਂ। ਹੋ ਗਿਆ। ਉੱਤੋਂ ਸਟੇਟ ਵਾਲੇ ਕਹੀ ਜਾਂਦੇ ਆ, ਮੇਰਾ ਤਾਂ ਜਿਹੜਾ ਭਰਾ ਸੀ ਉਹੀ ਕਹੀ ਜਾਂਦਾ ਹੁਣ ਤਾਂ, ਕਦੋਂ ਤੱਕ ਸਾਡਾ ਬੰਦਾ ਨਹੀਂ ਹੈ। ਔਰ ਉੱਥੇ ਦੀਪ ਕਹਿੰਦੇ ਸਾਡਾ ਨਹੀਂ, ਇਹ ਕਹਿੰਦੇ ਸਾਡਾ ਨਹੀਂਗਾ। ਹੁਣ ਦੀਪ ਸਿੱਧੂ ਉੱਥੇ ਵੱਧ ਅਧਿਕਾਰਾਂ ਦੀ ਗੱਲ ਕਰ ਰਿਹਾ। ਲੋ ਮੈਨੂੰ ਇੱਕ ਬੰਦਾ ਜਿਹੜਾ ਪੋਲੀਟੀਕਲੀ ਅਵੇਅਰ ਆ, ਉਹ ਇਹ ਗੱਲ ਕਰਕੇ ਦਿਖਾ ਦੇ ਵੀ ਪੰਜਾਬ ਦਾ ਜਾਂ ਕਿਸੇ ਵੀ ਸੂਬੇ ਦਾ ਵੱਧ ਅਧਿਕਾਰਾਂ ਤੋਂ ਬਿਨਾ ਆਉਣ ਵਾਲਾ ਭਵਿੱਖ ਜਿਹੜਾ ਉਹ ਸੁਨਹਿਰੀ ਹੋ ਸਕਦਾ ਜਾਂ ਸੁਰੱਖਿਅਤ ਹੋ ਸਕਦਾ। ਤਾਂ ਇੱਥੇ ਤਾਂ ਦੀਪ ਸਿੱਧੂ ਕੋਈ ਗਲਤ ਗੱਲ ਨਹੀਂ ਕਰ ਰਿਹਾ ਨਾ। ਜੇ ਦੀਪ ਸਿੱਧੂ ਅੱਜ ਫੈਡਰਲ ਸਟਰਕਚਰ ਦੀ ਗੱਲ ਕਰ ਰਿਹਾ, ਤੇ ਤੁਸੀਂ ਐਂ ਕਰੋ, ਮੈਂ ਨਹੀਂ ਬੋਲਦਾ, ਨਾ ਇਲੈਕਸ਼ਨ ਲੜਾਂ, ਨਾ ਆਰਗੇਨਾਈਜੇਸ਼ਨ ਕ੍ਰੀਏਟ ਕਰਾਂ, ਤਾਂ ਮੈਂ ਪਹਿਲਾਂ ਹੀ ਕਹਿਤਾ, ਨਾ ਇੰਟਰਵਿਊ ਦੇਵਾਂ। ਤੁਸੀਂ ਫੈਡਰਲ ਸਟਰਕਚਰ ਤੇ ਪਹਿਰਾ ਦੇਣ ਲੱਗ ਜਾਓ, ਜਾਂ ਇਸ ਗੱਲ ਤੋਂ ਮੁਨਕਰ ਹੋ ਜਾਓ ਵੀ ਪੰਜਾਬ ਦਾ ਭਵਿੱਖ ਫੈਡਰਲ ਸਟਰਕਚਰ ਨਹੀਂ ਤੈਅ ਕਰ ਸਕਦਾ, ਉਹ ਤਾਂ ਦਿੱਲੀੋਂ ਹੀ ਤੈਅ ਕਰੂ। ਜਦੋਂ ਉਹਨਾਂ ਨੂੰ ਪੁੱਛੀਦਾ ਉਹ ਤਾਂ ਕਹਿੰਦੇ ਅਸੀਂ ਤੇ ਫੈਡਰਲ ਸਟਰਕਚਰ ਵੱਧ ਅਧਿਕਾਰਾਂ ਦੇ ਹਮਾਇਤੀਆਂ। ਜਦੋਂ ਪੁੱਛੀਦਾ ਉਹਨਾਂ ਹਾਂਜੀ, ਤੇ ਫਿਰ ਕਹੋ ਠੀਕ ਆ, ਆਓ ਇਸ ਗੱਲ ਤੇ ਪੰਜਾਬ ਇਹ ਤੋਂ ਨਹੀਂ ਕਹਿੰਦੇ, ਇੰਟਰਵਿਊ ਜੇ ਪੁੱਛ ਲਓ ਤਾਂ ਕਹਿੰਦੇ ਨੇ। ਨਹੀਂ ਸਟੇਜ ਤੋਂ ਇਸ ਦੇ ਮੱਥੇ ਰੱਖ ਵੀ ਕਹਿੰਦੇ ਨੇ ਸਾਨੂੰ ਕੋਈ ਸਮੱਸਿਆ ਨਹੀਂ। ਫਿਰ ਇਸ ਗੱਲ ਤੇ ਆਓ, ਸਟੇਜ ਤੇ ਜ਼ਿਕਰ ਨਹੀਂ। ਇਸ ਗੱਲ ਤੇ ਪਹਿਰਾ ਦਿਓ। ਮੈਂ ਤੁਹਾਨੂੰ 4 ਗੱਲਾਂ ਕਹੀਆਂ, ਨਾ ਆਰਗੇਨਾਈਜੇਸ਼ਨ ਬਣਾਵਾਂ, ਨਾ ਇਲੈਕਸ਼ਨ ਵਾਲੇ ਪਾਸੇ ਤੋਂ ਰਹਾਂ, ਤਾਂ ਮੈਂ ਪਹਿਲਾਂ ਹੀ ਕਿਹਾ ਹੋਇਆ ਹਨਾ, ਨਾ ਮੈਂ ਇੰਟਰਵਿਊ ਦੇਵਾਂ, ਨਾ ਸਟੇਜ ਤੋਂ ਬੋਲਾਂ, ਚੁੱਪ ਕਰਕੇ ਆਪਦੀਆਂ ਫਿਲਮਾਂ ਦੇਤੀਆਂ। ਤੁਹਾਨੂੰ ਲੱਗਦਾ ਨਹੀਂ ਉਹ ਕਹਿੰਦੇ ਵੀ ਤੁਹਾਡਾ ਮਤਾ ਜਦੋਂ ਪੁੱਛਿਆ ਸੀ, ਪੁੱਛਿਆ ਆਫ ਦੀ ਰਿਕਾਰਡ ਹੀ ਗੱਲਾਂ ਹੋ ਰਹੀਆਂ ਸੀ ਵੀ ਯਾਰ ਦੀਪ ਸਿੱਧੂ ਖਿਲਾਫ ਮਤਾ ਕਿਉਂ ਪਾਤਾ ਤੁਸੀਂ? ਮੈਂ ਪੁੱਛਿਆ ਉਹਨਾਂ ਨੂੰ, ਉਹ ਕਹਿੰਦੇ ਵੀ ਤੁਸੀਂ ਬਿਆਨ ਕੱਢ ਲਓ ਦੀਪ ਸਿੱਧੂ ਦੇ। ਹਰ ਤੀਜੇ ਦਿਨ ਸਾਡੇ ਖਿਲਾਫ ਬਿਆਨ ਦਿੰਦਾ ਸੀ, ਸਾਡੀਆਂ ਜਥੇਬੰਦੀਆਂ ਨੂੰ, ਕਿਸਾਨ ਜਥੇਬੰਦੀਆਂ ਨੂੰ ਦੀਪ ਸਿੱਧੂ ਨੇ ਬਹੁਤ ਬਦਨਾਮ ਕੀਤਾ। ਇਹ ਉਹ ਕਹਿੰਦੇ ਨੇ। ਫਿਰ ਇਹਦਾ ਮਤਲਬ ਪਰਸਨਲ ਗਰਜ ਲਈ ਫਿਰਦੇ ਆ ਇੱਥੋਂ ਤਾਈਂ। ਜਿੱਦਾਂ ਪ੍ਰੀਤੀ ਭੋਜ ਕਰਕੇ ਆਏ ਆ, ਉਹ ਗੱਲ ਕਹਿਣੀ ਬਣਦੀ ਨਹੀਂ ਸੀ, ਤੇ ਜਦੋਂ ਪ੍ਰੀਤੀ ਭੋਜ ਨਹੀਂ ਕੀਤਾ, ਆਪਦੇ ਪੂਣਿਆਂ 'ਚ ਲੈ ਕੇ ਗਏ ਰੋਟੀਆਂ, ਸਾਰੀ ਦੁਨੀਆ ਨੇ ਸਰਾਹੇ ਕਿ ਨਹੀਂ ਸਰਾਹੇ। ਮੈਂ ਉਸ ਪ੍ਰੋਸੈਸ ਚੋਂ ਨਿਕਲਿਆ ਹੋਇਆ। ਐਨਆਰਸੀ ਸੀਏ ਵੇਲੇ ਇਹਨਾਂ ਨੇ ਇਹੀ ਪ੍ਰੀਤੀ ਭੋਜ ਵਾਸਤੇ ਸਾਨੂੰ ਬੰਬੇ ਬੁਲਾਇਆ ਸੀ, ਹਯਾਤ ਹੋਟਲ 'ਚ। ਮੈਂ ਉਹ ਪ੍ਰੀਤੀ ਭੋਜ ਨਹੀਂ ਕਰਕੇ ਆਇਆ ਸੀ ਬਾਈ। ਇਹ ਪੋਲੀਟੀਕਲ ਡਿਪਲੋਮੈਸੀ ਹੁੰਦੀ ਆ। ਫਿਰ ਤੁਸੀਂ ਉੱਥੇ ਜਾ ਕੇ, ਹੁਣ ਕਿਵੇਂ ਜਾ ਕੇ ਐਂ ਲੱਗਦਾ ਜਿਵੇਂ ਇੱਕ ਸੋਵਰਨ ਦੂਜੇ ਸੋਵਰਨ ਨਾਲ ਗੱਲ ਕਰ ਰਿਹਾ ਹੋਵੇ, ਇੱਕ ਜਰਨੈਲ ਦੂਜੇ ਜਰਨੈਲ ਨਾਲ ਗੱਲ ਕਰ ਰਿਹਾ ਹੋਵੇ। ਇਦੋਂ ਪਹਿਲਾਂ ਤਾਂ ਇਹ ਉਹਨਾਂ ਦੇ ਵੀ ਸਾਡੀ ਗੱਲ ਬਹੁਤ ਸੋਹਣੀ ਸੁਣੀ ਗਈ, ਤੁਸੀਂ ਸੁਣਦੇ ਸੀ ਇਹਨਾਂ ਦੀਆਂ ਗੱਲਾਂ। ਅੱਜ ਕਿਵੇਂ ਬੜਕ ਮਾਰ ਕੇ ਆਉਂਦੇ ਆ, ਤੇ ਲੋਕ ਕਿਵੇਂ ਅੱਜ ਇਹਨਾਂ ਨੂੰ, ਅੱਜ ਇਨਕਲੂਡਿੰਗ ਮੀ, ਮੈਂ ਵੀ ਤਾਂ ਕਹਿ ਰਿਹਾ ਵੀ ਸਾਡੇ ਹੁਣ ਦੀਆਂ ਦੇ ਆਗੂ ਜੋ ਅਗਵਾਈ ਦੇ ਰਹੇ ਆ, ਉਹ ਬਹੁਤ ਆਗੂ ਜੋ ਅਗਵਾਈ ਦੇ ਰਹੇ ਆ, ਉਹ ਬਹੁਤ ਬਾਕਮਾਲ ਆ। ਪਰ ਇਦੋਂ ਪਹਿਲਾਂ ਬਹੁਤ ਬਾਕਮਾਲ ਆ, ਪਰ ਇਦੋਂ ਪਹਿਲਾਂ ਇਹ ਗੱਲਾਂ ਨਹੀਂ ਹੋਈਆਂ ਨਾ। ਸੋ ਕਿਤੇ ਨਾ ਕਿਤੇ ਦੀਪ ਸਿੱਧੂ ਦੀ ਪਹਿਰਾਦਾਰੀ ਕੰਮ ਆ ਗਈ ਆ। ਇਹ ਗੱਲ ਇਹਨਾਂ ਨੂੰ ਸਮਝਣੀ ਪਊਗੀ। ਫਿਰ ਮੇਰੇ ਤੋਂ ਸੱਚ ਬੁਲਾਓਗੇ, ਮੇਰੇ ਤੋਂ ਰਿਹਾ ਨਹੀਂ ਜਾਣਾ, ਤੇ ਆਪਾਂ ਇੰਨੀਆਂ ਗੱਲਾਂ ਨਹੀਂ ਕਰਦੇ।
ਹੱਥ ਬੋਲੇ ਬਿਨਾਂ ਰਿਹਾ ਕਿ ਨਹੀਂ ਇਹਨੂੰ ਬੋਲ ਦੋ, ਸਾਨੂੰ ਕੋਈ ਸਮੱਸਿਆ ਨਹੀਂ, ਬੋਲ ਦੋ। ਨਹੀਂ ਬਾਈ ਐਵੇਂ ਹੁਣ ਸਭ ਦੀ ਗੱਲ ਠੋਕ ਕੇ ਦਿਖਾਉਣਾ ਚਾਹੇ ਉਹ ਕਹਿਣ ਚਾਹੇ ਤੁਸੀਂ ਕਹੋ, ਇਸ ਦਾ ਪੱਤਰਕਾਰ ਆ, ਕੋਈ ਪ੍ਰੋਬਲਮ ਨਹੀਂ, ਬੋਲ ਦੋ। ਪਰ ਗੱਲ ਆਏ ਆ ਨਾ, ਮੈਨੂੰ ਹੁਣ ਰੱਬ ਨੇ ਬਣਾਇਆ ਹੀ ਆਏ ਆ। ਸੋ ਪਰ ਹੁਣ ਅਸੀਂ ਇੱਥੇ ਜੰਗ 'ਚ ਬੈਠੇ ਆ, ਆਪਸ 'ਚ ਅਸੀਂ ਨਾ ਇਹ ਗੱਲਾਂ ਕਰੀਏ ਹਨਾ, ਅਸੀਂ ਆਪਸ 'ਚ ਨਹੀਂ ਥਿਰਕਣਾ, ਏਕਾ ਬਣਾਈ ਰੱਖਣਾ। ਤੇ ਮੈਂ ਬਾਰ-ਬਾਰ ਕਹਿ ਰਿਹਾ ਵੀ ਜਿਵੇਂ ਹੁਣ ਕਿਸਾਨ ਜਥੇਬੰਦੀਆਂ ਦੇ ਆਗੂ ਕਹਿਣਗੇ, ਕਿਉਂਕਿ ਉਹ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰ ਰਹੇ ਆ ਹੁਣ, ਤੇ ਜਿਵੇਂ ਉਹ ਕਹਿਣਗੇ ਆਪਾਂ ਉਵੇਂ ਹੀ ਕਰਾਂਗੇ। ਹੁਣ ਉਹਨਾਂ ਦਾ ਕਿਹਾ ਸਿਰ ਮੱਥੇ ਆ। ਤਾਂ ਬਿਆਨ ਕਿਹਾ ਜਾ ਰਿਹਾ, ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਜਿਵੇਂ ਕਿਹਾ ਜਾ ਰਿਹਾ ਤੁਹਾਡੇ ਪੱਖ 'ਚ ਬਿਆਨ ਆ ਰਹੇ ਨੇਗੇ। ਨਹੀਂ ਮੈਨੂੰ ਨਹੀਂ ਪਤਾ ਜੀ, ਮੈਂ ਤਾਂ ਤੁਹਾਨੂੰ ਪੁੱਛ ਰਿਹਾ ਸੀ। ਮੈਂ ਵੀ ਸੁਣਿਆ ਹੀ ਹੈਗਾ। ਅੱਛਾ, ਨਹੀਂ ਮੈਨੂੰ ਨਹੀਂ ਪਤਾ ਜੀ। ਜੇ ਆਉਂਦਾ ਵੈਲਕਮ ਆ, ਅਕਾਲੀ ਦਲ ਕਹੋਗੇ ਕੋਈ ਵੀ ਬਿਆਨ ਤਾਂ ਕਾਂਗਰਸ ਤਾਂ ਨਹੀਂ ਦੇਊਗੀ, ਅਕਾਲੀ ਦਲ ਦੇਂਦਾ ਜਾਂ ਕੋਈ ਬਹੁਜਨ ਸਮਾਜ ਪਾਰਟੀ ਜਾਂ ਕੋਈ ਹੋਰ। ਨਹੀਂ ਦੇਖੋ, ਜੇ ਕੋਈ ਬੰਦਾ ਆ ਕੇ ਕਹਿੰਦਾ ਵੀ ਨਹੀਂ ਯਾਰ ਬੰਦਾ ਤਾਂ ਠੀਕ ਆ, ਉਹਦਾ ਫਿਰ ਮਾੜੀ ਗੱਲ ਕੀ ਆ ਉਹਦੇ 'ਚ ਹਨਾ, ਪਰ ਉਹਦੇ ਪਿੱਛੇ ਜੇ ਕੋਈ ਪਰਪਸ ਕੁਝ ਹੋਰ ਹੋਵੇ, ਜੇ ਕੋਈ ਸੱਚੇ ਦਿਲੋਂ ਹੀ ਕਹਿੰਦਾ ਤਾਂ ਉਹਦੇ 'ਚ ਤਾਂ ਕੋਈ ਮਾੜੀ ਗੱਲ ਨਹੀਂ ਹਨਾ। ਜੇ ਮੈਂ ਕਹਾਂ ਵੀ ਆਪਾਂ ਜਿਹੜਾ ਕੋਈ ਚੰਗਾ ਬੰਦਾ ਆ ਕੇ ਕਹਿੰਦਾ ਵੀ ਤੁਸੀਂ ਚੰਗੇ ਬੰਦੇ ਹੋ ਯਾਰ, ਉਹਨੂੰ ਵੀ ਭਜਾ ਦਈਏ, ਫਿਰ ਜਮਾਂ ਹੀ ਇਕੱਲੇ ਰਹਿ ਜਾਾਂਗੇ। ਹੁਣ ਇਕੱਲੇ ਤਾਂ ਬੈਠੇ ਹੀ ਆ, ਸੋ ਇਸ ਕਰਕੇ ਇਹ ਲੱਗਦਾ ਕੱਲਾ ਹੋ ਗਿਆ ਦੀਪ ਸਿੱਧੂ। ਨਹੀਂ ਦੇਖੋ ਕੱਲਾ ਆਏ ਆ, ਕਿਆ ਇਕੱਲੇ ਬੈਠੇ ਹੈਗੇ ਇਹਨਾਂ ਨੇ ਕਿਹਾ। ਨਹੀਂ ਤੁਸੀਂ ਦੇਖੋ, ਨਹੀਂ ਗੱਲ ਆਏ ਆ ਵੀ ਤੁਸੀਂ ਦੇਖੋ ਮੇਰੇ ਨਾਲ ਵਾਪਰਦਾ ਕੀ ਆ। ਜੇ ਮੈਂ ਕਿਸਾਨ ਸੰਘਰਸ਼ ਚ ਆਉਣਾ ਤਾਂ ਸਾਡੀ ਜਥੇਬੰਦੀਆਂ ਕਹਿੰਦੀਆਂ ਸਾਡਾ ਬੰਦਾ ਨਹੀਂ ਹੈ ਹਨਾ, ਸਨੀ ਦਿਓਲ ਕਹਿੰਦਾ ਸਾਡਾ ਨਹੀਂ, ਸਨੀ ਦਿਓਲ ਕਹਿੰਦਾ ਸਾਡਾ ਨਹੀਂ ਆ। ਅੱਛਾ, ਫਿਰ ਸਾਡੇ ਉਹ ਜਿਹੜੇ ਸਾਡੇ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਵਾਲੇ ਆ, ਉਹ ਕਹਿੰਦੇ ਉਹ ਸਾਡਾ ਨਹੀਂ ਆ, ਕਹਿੰਦੇ ਖਾਲਿਸਤਾਨ ਦੀ ਗੱਲ ਨਹੀਂ ਕਰਦਾ, ਇਹਦੀਆਂ ਲੱਤਾਂ ਨਹੀਂ ਬਾਹਰ ਚੱਲਦੀਆਂ। ਅੱਛਾ, ਸਾਡੇ ਵਾਲੇ ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ, ਇਹ ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ। ਕਿਹੜੇ ਪਾਸੇ ਤੁਹਾਨੂੰ ਤੇ ਤੁਸੀਂ ਡਿਫਾਈਨ ਹੀ ਨਹੀਂ ਹੋ ਸਕਦੇ, ਡਿਫਾਈਨਡ ਹੋਗੇ। ਨਹੀਂ ਉਹੀ ਗੱਲ ਹੈ ਨਾ ਵੀ ਜਿਹੜਾ ਬੰਦਾ ਜਿਵੇਂ ਸਿੱਧੂ ਦੀ ਜੇ ਕੋਈ ਪੁੱਛੇ ਦੀਪ ਸਿੱਧੂ ਦੀ ਪਰਿਭਾਸ਼ਾ ਕੀ ਹੈ, ਇਹ ਦੱਸੋ। ਇਹੀ ਕਰੀ ਜਾਂਦੇ ਆ, 4-5 ਪਰਿਭਾਸ਼ਾ ਫਿਰਦੀਆਂ, ਉਹਦੇ 'ਚ ਜਿਹੜੀ ਮਰਜ਼ੀ ਫੜ ਲਓ, ਤੁਹਾਨੂੰ ਸੂਟ ਕਰਦੀ ਆ ਉਹ ਤੁਸੀਂ ਡਿਫਾਈਨ ਕਰ ਲਓ। ਸੋ ਐ ਹੋਇਆ ਪਿਆ, ਇਹੀ ਪ੍ਰਭਾਸ਼ਿਤ ਕਰੀ ਜਾਂਦੇ ਆ ਬਾਈ ਮੈਨੂੰ ਤਾਂ ਹੁਣ। ਪਰ ਹੁਣ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ, ਹੁਣ ਮੇਰੀ ਉੱਥੇ ਮੈਨੂੰ ਆਪਦੇ ਆਪ ਨੂੰ ਪ੍ਰਭਾਸ਼ਿਤ ਕਰਨਾ ਵੀ ਮੈਂ ਇੱਥੇ ਪ੍ਰਭਾਸ਼ਿਤ ਕਰਨ ਲੱਗ ਜਾਵਾਂ, ਉਹ ਕੌਨਫਲਿਕਟ ਖੜਾ ਕਰੂਗੀ ਗੱਲ। ਸੋ ਹੁਣ ਤਾਂ ਜਿਹੜੀਆਂ ਪ੍ਰਭਾਸ਼ਾਵਾਂ ਚੱਲ ਰਹੀਆਂ 4-5, ਉਹਦੇ ਨਾਲ ਜਿਵੇਂ ਕੋਈ ਜੋੜ ਕੇ ਦੇਖਣਾ ਚਾਹੁੰਦਾ ਦੇਖੀ ਜਾਵੇ। ਜਿਵੇਂ ਮੈਂ ਕਿਹਾ, ਉਹ ਰੱਬ ਨੂੰ ਸਭ ਪਤਾ ਤੇ ਮੇਰੇ ਅੰਦਰ ਕੀ ਆ ਉਹ ਸਭ ਪਤਾ। ਸੌਖੀ ਦੀਪ ਇੰਨੀ ਸੌਖਾ ਹੈਗਾ ਸੀਗਾ। ਮੇਰੇ ਯਾਦ ਆਇਓ ਤੁਸੀਂ ਦਿੱਲੀ ਤੋਂ ਚੰਡੀਗੜ੍ਹ ਆਏ, ਆਪਣੀ ਇੱਕ ਲੰਬੀ ਕਨਵਰਸੇਸ਼ਨ ਹੋਈ ਸੀ, ਵੈਸੇ ਹੀ ਹੋਈ ਸੀਗੀ, ਕੈਮਰੇ ਤੇ ਨਹੀਂ ਹੋਈ ਸੀ, ਵੈਸੇ ਹੀ ਹੋਈ ਸੀਗੀ। ਤਾਂ ਆਪਾਂ ਉਦੋਂ ਵੀ ਜ਼ਿਕਰ ਕਰ ਰਹੇ ਸੀ ਦੁਨੀਆ ਭਰ ਦੀ ਰਾਜਨੀਤੀ ਦਾ, ਆਪਾਂ ਉਦੋਂ ਵੀ ਜ਼ਿਕਰ ਕੀਤਾ ਕਸ਼ਮੀਰ ਦਾ। ਮੈਂ ਜ਼ਿਕਰ ਕੀਤਾ ਤੁਹਾਡੇ ਕੋਲ ਕਿ 86, 87, 89 ਵਾਲਾ ਦੌਰ ਕਸ਼ਮੀਰ ਦਾ, ਜੋ ਤੁਸੀਂ ਕਹਿੰਦੇ ਸੀ ਕਿ ਨਹੀਂ ਮੂਵਮੈਂਟਾਂ ਲੜਕੇ ਇਸੇ ਡੈਮੋਕ੍ਰੈਟਿਕ ਸਿਸਟਮ ਦੇ ਅੰਦਰ ਜਿਹੜਾ ਨਿਊ ਰੀਜਨਲਿਜ਼ਮ ਆ, ਨਿਊ ਫੈਡਰਲਿਜ਼ਮ, ਜੋ ਮਰਜ਼ੀ ਕਹ ਲਓ, ਉਹਨੂੰ ਡਿਫਾਈਨ ਕੀਤਾ ਜਾ ਸਕਦਾ। ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਸਟੇਟ ਆ ਜਿਹੜੀ, ਬਸ ਮੇਰੀ ਮੰਨਣਾ ਸੀਗਾ ਕਿ ਸਟੇਟ ਇੱਥੇ ਇੰਨਾ ਕੁਝ ਐਕਸਪੈਰੀਮੈਂਟ ਹੋਏ ਨੇ, ਉਹ ਬਹੁਤ ਟਫ ਆਗਾ। ਅੱਜ ਤੁਹਾਨੂੰ ਕਿਵੇਂ ਲੱਗ ਰਿਹਾ ਜਦੋਂ ਤੁਸੀਂ ਸਾਰੀਆਂ ਗੱਲਾਂ ਕੀਤੀਆਂ, ਉਸ ਤੋਂ ਬਾਅਦ ਅੱਜ ਤੁਸੀਂ ਜਿੱਥੇ ਖੜੇ ਹੋਗੇ, ਇਹ ਰਾਹ ਕਿਹਾ ਜਿਹਾ ਲੱਗਦਾਗਾ? ਵੈਸੇ ਤਾਂ ਕਹਿੰਦੇ ਕੰਡਿਆਂ ਦਾ ਰਾਹ ਹੀ ਹੁੰਦਾਗਾ, ਰਾਜਨੀਤੀ ਦਾ ਰਾਹ ਕੰਡਿਆਂ ਦਾ ਰਾਹ ਹੁੰਦਾ ਹਰ ਚੀਜ਼ ਦੀ। ਨਹੀਂ, ਰਾਜਨੀਤੀ ਤੇ ਹਰ ਚੀਜ਼ ਦੀ ਹੁੰਦੀ ਹੈ ਨਾ। ਉਹ ਕਹਿੰਦੇ ਪਰਸਨਲ ਇਜ਼ ਪੋਲੀਟੀਕਲ, ਪੋਲੀਟੀਕਲ ਇਜ਼ ਪਰਸਨਲ। ਕੀ ਬਾਤ ਆ, ਇਹ ਬੜੀ ਵਧੀਆ ਗੱਲ ਦੱਸੀ ਤੁਸੀਂ। ਸੋ ਪਰ ਮੈਂ ਤੁਹਾਨੂੰ ਇੱਕ ਬਈ ਮਾੜਾ ਮੋਟਾ ਪੜ੍ਹਦੇ ਆ, ਤੁਸੀਂ ਥੋੜੀ ਪੜ੍ਹਦਾਗਾ। ਨਹੀਂ ਤੁਸੀਂ ਬਾਕਮਾਲ ਹੋ ਜੀ। ਪਰ ਗੱਲ ਆਏ ਆ ਬਾਈ, ਜੇ ਮੈਂ ਦੇਖਾਂ ਤਾਂ ਕਿਤੇ ਨਾ ਕਿਤੇ ਮੈਂ ਮੈਂਟਲੀ ਪ੍ਰਿਪੇਅਰ ਸੀਗਾ, ਕਿਉਂਕਿ ਜਿਹੜਾ ਨੈਰੇਟਿਵ ਮੈਂ ਚੂਜ਼ ਕਰ ਲਿਆ ਸੀ, ਜਾਂ ਜਿਹੜੇ ਨੈਰੇਟਿਵ ਨਾਲ ਮੈਂ ਰਿਲੇਟ ਕਰਨਾ ਸ਼ੁਰੂ ਕਰਤਾ, ਉਹ ਨੈਰੇਟਿਵ ਦਾ ਇੱਕ ਇਤਿਹਾਸ ਵੀ ਆ। ਤੇ ਉਹ ਇਤਿਹਾਸ ਬੜਾ, ਜਿਵੇਂ ਆਪਾਂ ਦੇਖੀਏ ਵੀ ਉੱਥੇ ਸੁਖਾਵਾਂ ਨਹੀਂ ਆ। ਸਟੇਟ ਨੇ ਬਹੁਤ ਜ਼ੁਲਮ ਕੀਤੇ ਹੋਏ ਆ ਉਸ ਨੈਰੇਟਿਵ ਦੇ ਨਾਲ ਜੁੜੇ ਹੋਏ ਹਰ ਸ਼ਖਸੀਅਤ ਤੇ। ਸੋ ਇਹ ਗੱਲ ਤਾਂ ਮੈਨੂੰ ਪਤਾ ਸੀ, ਮੈਂਟਲੀ ਮੈਂ ਪ੍ਰਿਪੇਅਰ ਆ ਵੀ ਹੁਣ ਜਿਹੜਾ ਪੰਗਾ ਪੈ ਗਿਆ ਇਹ ਜਾਂ ਸਿੱਧੀ ਟੱਕਰ ਆ ਉਹ ਸਟੇਟ ਨਾਲ ਆ। ਤੇ ਸਟੇਟ ਦਾ ਜਿਵੇਂ ਮੈਂ ਕਿਹਾ ਏਜੰਡਾ ਵੀ ਤੇ ਉਹਨਾਂ ਦੀ ਪਾਵਰ ਵੀ ਬਹੁਤ ਵੱਡੀ ਆ। ਸੋ ਇਸ ਕਰਕੇ ਨਹੀਂ ਮੇਰਾ ਮੈਂ ਉਦੋਂ ਵੀ ਆਪਣੀ ਜਿਹੜੀ ਚਰਚਾ ਹੋਈ ਸੀ, ਮੈਂ ਤੁਹਾਡੇ ਤੇ ਪੁੱਛ ਰਿਹਾ ਕਿ ਇਸ ਡੈਮੋਕ੍ਰੈਟਿਕ ਸੈਟਅਪ ਦੇ ਅੰਦਰ ਜਦੋਂ ਤੁਸੀਂ ਕਾਲਿਆਂ ਦੀ ਗੱਲ ਕਰ ਰਹੇ ਸੀਗੇ, ਬਲੈਕ ਮੂਵਮੈਂਟ ਦੀ ਗੱਲ ਹੋ ਰਹੀ ਸੀ ਅਮਰੀਕਾ ਦੇ ਅੰਦਰ ਜਾਂ ਸਾਰੀ ਅਫਰੀਕਾ ਦੇ ਅੰਦਰ ਜੋ ਕੁਝ ਹੋਇਆ, ਆਪਾਂ ਇੰਟਰਨੈਸ਼ਨਲ ਪੋਲਿਟਿਕਸ ਨੂੰ ਡਿਸਕਸ ਕਰ ਰਹੇ ਸੀ, ਤਾਂ ਤੁਹਾਨੂੰ ਲੱਗਦਾਗਾ ਕਿ ਇਸ ਡੈਮੋਕ੍ਰੈਟਿਕ ਸਿਸਟਮ ਦੇ ਅੰਦਰ ਜਿਹੜਾ ਸੋ ਕਾਲ ਡੈਮੋਕ੍ਰੈਟਿਕ ਸਿਸਟਮ, ਇਹਦੇ ਅੰਦਰ ਇਹ ਸਪੇਸ ਹੈ ਜਿਹਦੀਆਂ ਗੱਲਾਂ ਤੁਸੀਂ ਕਰਦੇ ਹੋ? ਸਪੇਸ ਹੈ, ਬਿਲਕੁਲ ਹੈ ਸਪੇਸ। ਦੇਖੋ ਸਪੇਸ ਤਾਂ
ਡੈਮੋਕ੍ਰੈਟਿਕ ਜਿਹੜਾ ਸਿਸਟਮ ਆ ਜਾਂ ਸਟਰਕਚਰ ਆ ਉਹ ਕੀ ਆ? ਲੋਕ ਆ। ਇਹ ਨਾ ਤੁਸੀਂ ਦੇਖੋ ਵੀ ਇੱਕ ਸੰਵਿਧਾਨ ਆ, ਸੰਵਿਧਾਨ ਨੂੰ ਵੀ ਲੋਕ ਹੀ ਸਿਰਜਦੇ ਆ, ਪਰ ਇੱਥੇ ਹੋਇਆ ਕੀ ਆ? ਇੱਥੇ ਸੰਵਿਧਾਨ ਕੁਝ ਕੁ ਬੰਦਿਆਂ ਨੇ ਸਿਰਜਿਆ, ਜਿਹਦੇ ਚ ਹਜੇ ਟੋਟਲ ਡੈਮੋਕ੍ਰੇਟਾਈਜੇਸ਼ਨ ਨਹੀਂ ਆ। ਮੈਂ ਆਉਣਾ ਸਪੇਸ ਮੈਂ ਇੱਕ ਇੰਟਰਵਿਊ ਕਰਦਾ। ਜੇ ਇੰਨੀ ਵੱਡੀ ਲੰਬੀ ਸਟਰਗਲ ਤੋਂ ਬਾਅਦ ਆਨੰਦਪੁਰ ਦੇ ਮਤੇ ਤੇ ਤਾਂ ਸਟਰਗਲ ਲੜੀ ਗਈ ਨਾ। ਹਾਂ, ਲੜੀ ਗਈ, ਬਿਲਕੁਲ ਲੜੀ ਗਈ। ਔਰ ਜਦੋਂ ਮੈਂ ਐਕਸਟ੍ਰੀਮ ਸ਼ਬਦੋਂ ਤੇ ਵੀ ਬਹੁਤ ਸਿਖਰ ਤੇ ਲੜੀ ਗਈ। ਸਿਖਰ ਤੇ, ਹਾਂਜੀ। ਧਾਰਾ 25 ਵੀ ਫੇਰ ਵੀ ਨਹੀਂ ਹਟਾਈ। ਹਾਂਜੀ, ਬਿਲਕੁਲ। ਜੇ ਉਨੀਆਂ ਛੋਟੀਆਂ ਮੰਗਾਂ ਉਹ ਇੰਨੀ ਵੱਡੀ ਲਹਿਰ ਦੀ ਡਿਮਾਂਡ ਤੋਂ ਬਾਅਦ ਜਿਹਦੇ ਚ ਗੱਲਾਂ ਮੰਨ ਵੀ ਲਈਆਂ ਗਈਆਂ, ਚਾਹੇ ਰਾਜੀਵ ਲੌਂਗੋਵਾਲ ਸਮਝੌਤੇ ਬਾਰੇ 3600 ਕੰਟਰੋਵਰਸੀਆਂ ਹੋਣ, ਮੰਨ ਕੇ ਵੀ ਪਾਰਲੀਮੈਂਟ 'ਚ ਉਹ ਗੱਲਾਂ ਨਹੀਂ ਲਾਗੂ ਕੀਤੀਆਂ ਗਈਆਂ, ਤਾਂ ਤੁਸੀਂ ਕਿਹੜੇ ਵਹਿਮ 'ਚ, ਮੈਨੂੰ ਇਹ ਲੱਗਦਾ ਕਿ ਤੁਸੀਂ ਕਿਵੇਂ ਉਹਨੂੰ ਫਿਰ ਦੇਖ ਰਹੇ ਹੋ ਸਾਰੀ ਗੱਲ ਨੂੰ? ਨਹੀਂ, ਦੇਖੋ ਇਹੀ ਗੱਲ ਮੈਂ ਡੈਮੋਕ੍ਰੈਟਿਕ ਸਿਸਟਮ ਦੇ ਅੰਦਰ ਇਸ ਸਿਸਟਮ ਦੇ ਅੰਦਰ ਤੁਸੀਂ ਕਿਵੇਂ ਮੰਨ ਰਹੇ ਹੋ ਕਿ ਹਾਂ ਇਹਦੇ 'ਚ ਹੀ ਚੀਜ਼ਾਂ ਸੈੱਟ ਹੋ ਜਾਣਗੀਆਂ? ਫਿਰ ਇਹਦਾ ਨਹੀਂ ਕਹਿੰਦਾ ਲੜਨਾ ਨਹੀਂ ਚਾਹੀਦਾ, ਮੈਂ ਇਹ ਕਹਿੰਦਾ ਕਿ ਕਿਵੇਂ ਸੈੱਟ ਹੋ ਜਾਣੀਆਂ ਸਮਝਾਓ। ਨਹੀਂ, ਇਹਦਾ ਦੇਖੋ, ਨਹੀਂ ਇਹ ਜੇ ਤੁਸੀਂ ਕਹਿੰਦੇ ਹੋ ਵੀ ਬਲੂਪ੍ਰਿੰਟ ਕੀ ਹੈ ਇਹਦਾ, ਬਲੂਪ੍ਰਿੰਟ ਵੀ ਤਾਂ ਇਵੋਲਵ ਹੋ ਕੇ ਹੀ ਤੁਹਾਨੂੰ ਮਿਲਦਾ। ਪਰ ਮੈਂ ਤੁਹਾਨੂੰ ਇੱਕ ਗੱਲ ਫੇਰ ਬਾਰ-ਬਾਰ ਕਹਿ ਰਿਹਾ, ਆ ਜਿਹੜੇ ਬੰਦੇ ਖੜੇ ਆ ਨਾ ਸਾਡੇ, ਇਹ ਬਲੂਪ੍ਰਿੰਟ ਆ। ਦਿਖਾ ਦਿਓ ਬੰਦੇ, ਬਲੂਪ੍ਰਿੰਟ ਬੰਦੇ ਦਿਖਾ ਦਿਓ। ਠੀਕ ਆ, ਸੋ ਇੱਧਰਲੇ ਵੀ ਦਿਖਾ ਦਿਓ। ਇੱਥੇ ਜੇ ਆਪਾਂ ਇਸ ਗੱਲ ਕਰਨ ਲੱਗ ਜਾਈਏ, ਦੇਖੋ ਇੱਥੇ ਜਦੋਂ ਆਪਾਂ ਗੱਲ ਕੀਤੀ ਸੀ 10 ਬੰਦੇ ਹੋਣੇ ਆ, ਗਿਣਤੀ ਦੇਖੋ ਤੁਸੀਂ। ਕਿਉਂ? ਕੋਈ ਚੁੰਬਕ ਥੋੜੀ ਆ ਆਪਣੇ ਚ। ਕਿਉਂ? ਕਿਉਂਕਿ ਐਕਚੁਅਲ ਜਿਹੜੀ ਸਪੇਸ ਦੀ ਤੁਸੀਂ ਗੱਲ ਕਰਦੇ ਹੋ ਨਾ, ਜਿਹੜੀ ਹਜੇ ਵੀ ਤੁਹਾਨੂੰ ਅਬਸਟ੍ਰੈਕਸ਼ਨ ਲੱਗ ਰਹੀ ਆ, ਔਰ ਕਿਉਂ ਲੱਗ ਰਹੀ ਆ? ਉਸ ਇਤਿਹਾਸ ਨੂੰ ਤੁਸੀਂ ਪਹਿਲਾਂ ਦੇਖ ਰਹੇ ਹੋ ਵੀ ਜਿੱਥੇ ਐਡੀ ਵੱਡੀ ਸਟਰਗਲ ਖੜੀ ਹੋਈ ਤੇ ਐਕਸਟ੍ਰੀਮ 'ਚ ਜਾ ਕੇ ਆਮ ਸਟਰਗਲ ਵੀ ਲੜੀ ਗਈ, ਉੱਥੇ ਜੇ ਦੁਬਾਰਾ ਆਪਾਂ ਉਹ ਗੱਲ ਕਰ ਰਹੇ ਹਾਂ ਤਾਂ ਉੱਥੇ ਤਾਂ ਸਪੇਸ ਹੀ ਨਹੀਂ ਆ। ਫਿਰ ਇਹਦਾ ਮਤਲਬ ਜਾਂ ਤਾਂ ਅਸੀਂ ਜੋ ਸਰਕਾਰਾਂ ਸਾਡੇ ਤੇ ਜ਼ਬਰ ਤੇ ਜ਼ੁਲਮ ਕਰਦੀਆਂ ਰਹਿਣ, ਜੋ ਸਾਡੇ ਤੇ ਅਨਿਆਂ ਕਰਦੀਆਂ ਰਹਿਣ, ਉਹਨੂੰ ਪ੍ਰਵਾਨ ਕਰ ਲਈਏ, ਹਨਾ? ਜੇ ਉਹਨੂੰ ਪ੍ਰਵਾਨ ਕਰ ਲਓਗੇ ਤਾਂ ਤੁਹਾਡੀ ਤਾਸੀਰ ਆ ਜਿਹੜੀ ਉਹ ਬਦਲ ਜਾਣੀ ਆ। ਤੁਹਾਡੀ ਐਗਜ਼ਿਸਟੈਂਸ ਕ੍ਰਾਈਸਿਸ ਦੀ ਜਿਹੜੀ ਆਪਾਂ ਅੱਜ ਲੜਾਈ ਲੜ ਰਹੇ ਆ, ਉਹ ਐਗਜ਼ਿਸਟੈਂਸ ਕ੍ਰਾਈਸਿਸ ਨਾ ਉਹ ਤੁਸੀਂ ਆਲਰੇਡੀ ਐਕਸੈਪਟ ਕਰ ਲਿਆ ਵੀ ਹਾਂ ਯਾਰ ਐਗਜ਼ਿਸਟੈਂਸ ਕ੍ਰਾਈਸਿਸ ਹੈ, ਇਹਨੂੰ ਐਕਸੈਪਟ ਕਰੋ ਤੇ ਆਪਦੇ ਆਪ ਨੂੰ ਬਦਲੋ ਤੇ ਆਪਦੇ ਆਪ ਨੂੰ ਸੈਂਟਰ ਦੀ ਜਿਹੜੀ ਇੱਕ ਪੋਲੀਟੀਕਲ ਆਈਡੀਓਲੋਜੀ ਆ ਉਹਦੇ ਨਾਲ ਢਾਲ ਲਓ, ਦਿੱਲੀ ਦੀ ਪੋਲੀਟੀਕਲ ਆਈਡੀਓਲੋਜੀ ਆ ਉਹਦੇ ਨਾਲ ਢਾਲ ਲਓ। ਸੋ ਫਿਰ ਇਹ ਗੱਲ ਜਿਹੜੀ ਆ ਵੀ ਇਹ ਡੀਹਿਊਮਨਾਈਜ਼ ਕਰਨ ਵਾਲੀ ਗੱਲ ਹੁੰਦੀ ਆ। ਜਦੋਂ ਕਿਸੇ ਨੂੰ ਡੀਹਿਊਮਨਾਈਜ਼ ਕਰਨਾ ਨਾ, ਜਦੋਂ ਮੈਂ ਤੁਹਾਨੂੰ ਇਹ ਕਹਿਣਾ ਵੀ ਤੁਹਾਡੇ ਪਰਿਵਾਰ ਨਾਲੋਂ ਤੇ ਤੁਹਾਡੇ ਇਤਿਹਾਸ ਨਾਲੋਂ ਮੈਂ ਤੁਹਾਨੂੰ ਤੋੜਤਾ, ਤੁਹਾਨੂੰ ਡੀਹਿਊਮਨਾਈਜ਼ ਕਰਤਾ, ਹੁਣ ਤੁਹਾਡਾ ਰਿਐਕਸ਼ਨ ਉੱਥੇ ਨੈਚੁਰਲ ਕੀ ਹੋਊਗਾ? ਜਾਂ ਤਾਂ ਤੁਸੀਂ ਹੋ ਜਾਓਗੇ ਦਬਾਅ ਮਹਿਸੂਸ ਕਰਕੇ, ਤੇ ਜਾਂ ਨਹੀਂ ਹੋਵੋਗੇ, ਜਾਂ ਰਿਟੈਲੀਏਟ ਕਰੋਗੇ। ਇੱਕ ਧਿਰ, ਇਹ ਨੈਚੁਰਲ ਪ੍ਰੋਸੈਸ ਆ, ਇੱਕ ਧਿਰ ਹੋ ਜਾਂਦੀ ਆ ਤੇ ਇੱਕ ਰਿਟੈਲੀਏਟ ਕਰਦੀ ਆ। ਆਪਾਂ ਰਿਟੈਲੀਏਟ ਵਾਲੇ ਪਾਸੇ ਖੜੇ ਆ। ਰਿਟੈਲੀਏਸ਼ਨ ਦੀ ਮੈਂ ਨਹੀਂ ਕਹਿ ਰਿਹਾ ਰਿਟੈਲੀਏਸ਼ਨ, ਮੈਂ ਕਹਿ ਰਿਹਾ ਕਿ ਜਿਹੜੀ ਤੁਹਾਡੇ ਤੋਂ ਬਹੁਤ ਸਾਰੇ ਲੋਕ ਕਹਿੰਦੇ ਹੈਗੇ ਕਿ ਦੀਪ ਸਿੱਧੂ ਕਿਤੇ ਨਾ ਕਿਤੇ ਕਨਫਿਊਜ਼ਡ ਆਗਾ, ਮਤਲਬ ਇਹ ਤਾਂ ਕਹਿੰਦੇ ਹੈਗੇ ਕਿ ਉਹ ਵਿਆਖਿਆ ਜਿਹੜੀ ਜਦੋਂ ਆਰਮਡ ਸਟਰਗਲ ਲੜ ਰਹੀ ਸੀ ਤਾਂ ਉਹ ਮੰਨ ਕੇ ਲੜ ਰਹੀ ਸੀ ਕਿ ਅਸੀਂ ਇਸ ਕਨਸਟੀਟਿਊਸ਼ਨ ਨੂੰ ਨਹੀਂ ਮੰਨ ਰਹੇ। ਇਹ ਮੰਨ ਕੇ ਲੜ ਰਹੀ ਸੀ ਨਾ ਉਹ। ਬਿਲਕੁਲ। ਨਹੀਂ, ਤੁਸੀਂ ਕਹਿੰਦੇ ਹੋ ਕਿ ਡੈਮੋਕ੍ਰੈਟਿਕ, ਦੇਖੋ ਉਹ ਲੜਾਈ ਸੀ ਸੋਵਰਨਿਟੀ ਦੀ, ਦੇਖੋ ਉਹ ਲੜਾਈ ਸੀ ਸੋਵਰਨਿਟੀ ਦੀ, ਹਨਾ? ਸੋਵਰਨਿਟੀ ਦੀ ਲੜਾਈ, ਤੁਸੀਂ ਲੜਾਈ ਦੀ ਗੱਲ ਕਰਦੇ, ਇਹਦੀ ਵਿਆਖਿਆ ਕੀ ਹੈ? ਕਿ ਮੈਂ ਇਹ ਪੁੱਛ ਰਿਹਾ ਕਿ ਇਸੇ ਡੈਮੋਕ੍ਰੈਟਿਕ ਸਿਸਟਮ ਦੇ ਅੰਦਰ ਹੋਊਗੀ? ਬਿਲਕੁਲ ਇਸੇ ਡੈਮੋਕ੍ਰੈਟਿਕ ਸਿਸਟਮ ਦੇ ਅੰਦਰ ਹੋਊ। ਆਪਾਂ ਕਨਫਿਊਜ਼ਨ ਵਾਲੀ ਤਾਂ ਗੱਲ ਹੀ ਨਹੀਂ ਹੈ ਇਹਦੇ 'ਚ ਕੋਈ। ਆਪਾਂ ਗੱਲ ਕੀ ਕਰ ਰਹੇ ਹਾਂ? ਆਪਾਂ ਇਹ ਗੱਲ ਕਰ ਰਹੇ ਹਾਂ ਵੀ ਜਿਹੜੇ ਅੱਜ ਇਸ ਸੰਵਿਧਾਨ ਦੇ ਵਿੱਚ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੀ ਡੈਫੀਨੇਸ਼ਨ ਆ, ਉਹਨੂੰ ਰੀਡਿਫਾਈਨ ਕੀਤਾ ਜਾਵੇ, ਹਨਾ? ਇੱਕ ਟੋਟਲ ਡੈਮੋਕ੍ਰੇਟਾਈਜ਼ ਰੀਅਲ ਫੈਡਰਲਿਜ਼ਮ। ਐਬਸੋਲੂਟਲੀ। ਕਿਉਂ? ਫਿਰ ਜਿਹੜੇ ਬੰਦੇ ਖਾਲਿਸਤਾਨ ਦੀ ਗੱਲ ਕਹਿੰਦੇ ਆ ਉਹਦੇ ਚ ਬਾਹਰ ਹੈਗਾ ਉਹ। ਬਿਲਕੁਲ। ਆਪਾਂ ਦੇਖੋ ਗੱਲ ਖਾਲਿਸਤਾਨ ਦੀ ਤੇ ਜਿਹੜੀ ਇਹ ਗੱਲ ਆ ਨਾ, ਇਹ ਕਿਤੇ ਨਾ ਕਿਤੇ ਜੁੜੀ ਹੋਈ ਆ ਆਪਸ ਚ। ਉਹ ਜਿਹੜੀ ਖਾਲਿਸਤਾਨ ਦੀ ਗੱਲ ਕਹਿੰਦੇ ਆ, ਜਦੋਂ ਅਸੀਂ ਟੋਟਲ ਡੈਮੋਕ੍ਰੇਟਾਈਜੇਸ਼ਨ ਚ ਆ ਗਏ, ਸਾਡੇ ਕੋਲੇ ਤਾਂ ਸਾਡੀ ਖੁਦਮੁਖਤਿਆਰੀ ਆ ਗਈ ਨਾ। ਫਿਰ ਉਹਨੂੰ ਅਸੀਂ, ਜਿਵੇਂ ਤੁਸੀਂ ਉਹ ਖੁਦਮੁਖਤਿਆਰੀ ਕੀ ਆ, ਅੱਜ ਕੈਨੇਡਾ ਚ ਵੱਖ-ਵੱਖ ਰਾਜ ਆ, ਉਹਨਾਂ ਦੇ ਵੱਖ-ਵੱਖ ਝੰਡੇ ਆ, ਖੁਦਮੁਖਤਿਆਰੀ ਆ, ਫੈਡਰਲ ਸਟਰਕਚਰ ਆ। ਅਮਰੀਕਾ ਚ ਵੱਖ-ਵੱਖ ਕਾਨੂੰਨ ਆ, ਇੱਕ ਫੈਡਰਲ ਸਟਰਕਚਰ ਆ, ਖੁਦਮੁਖਤਿਆਰੀ ਹੈ ਨਾ। ਅੱਜ ਸਾਨੂੰ ਪ੍ਰੋਬਲਮ ਕੀ ਹੋ ਰਹੀ ਆ? ਪ੍ਰੋਬਲਮ ਇਹੀ ਹੋ ਰਹੀ ਹੈ ਇਸ ਯੂਨੀਅਨ ਚ, ਸਾਨੂੰ ਲੱਗ ਰਿਹਾ ਵੀ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਆ ਨਾ, ਉਹ ਵੀ ਲੈ ਲੇ। ਮੈਂ ਵੀ ਕਹਿੰਦਾ ਕਿ ਯੂਨੀਅਨ ਦਾ ਮਤਲਬ ਹੁੰਦਾ ਚੀਜ਼ਾਂ ਨੂੰ ਸੈਂਟਰਲਾਈਜ਼ ਕਰਨਾ। ਨਹੀਂ, ਯੂਨੀਅਨ ਹੈ ਦੁਨੀਆ ਭਰ ਚ। ਦੇਖੋ ਦੇਖੋ ਮੈਂ ਜਿੱਥੇ ਪ੍ਰੈਸ਼ਰ, ਇੰਟਰਪ੍ਰੀਟੇਸ਼ਨ ਇਹ ਨਾ ਕੱਢੋ। ਇੰਟਰਪ੍ਰੀਟੇਸ਼ਨ ਨਹੀਂ, ਮੈਂ ਕਹਿੰਦਾ ਯੂਨੀਅਨ ਦੀ ਜਿਹੜੀ, ਜਿਵੇਂ ਸਾਡੀ ਯੂਨੀਅਨ ਦਾ ਦੇਖ ਲਓ ਜਾਂ ਮੁਗਲ ਕਾਲ ਤੋਂ ਦੇਖ ਲਓ, ਦੁਨੀਆ ਦੀਆਂ ਯੂਨੀਅਨਸ ਦਾ ਉਹ ਠੀਕ ਆ, ਉਹ ਤਾਂ ਮੱਧਕਾਲ ਸੀ, ਆਪਾਂ ਉਹਨੂੰ ਯੂਨੀਅਨ ਨਾ ਕਹੀਏ। ਦੁਨੀਆ ਦਾ ਮੱਧਕਾਲ ਦਾ ਇਤਿਹਾਸ ਦੇਖ ਲਓ, ਦੁਨੀਆ ਦੀ ਮਾਡਰਨ ਹਿਸਟਰੀ ਦੇਖ ਲਓ,
ਬੰਦਾ ਚਾਹੁੰਦਾ ਤਾਂ ਹੀ ਹੈ ਕਿ ਮੈਂ ਸਭ ਕੁਝ ਸੈਂਟਰਲਾਈਜ਼ ਕਰਦਾ, ਬੰਦਾ ਵੀ ਇਹ ਚਾਹੁੰਦਾ ਹੈ ਤੇ ਪੋਲਿਟਿਕਸ ਵੀ ਇਹ ਚਾਹੁੰਦੀ ਹੈ ਤੇ ਰਾਜ ਕਰਨ ਵਾਲੇ ਵੀ ਇਹ ਚਾਹੁੰਦੇ ਨੇ। ਪਰ ਉਹ ਵੱਖਰੀ ਗੱਲ ਹੈ ਕਿ ਦੁਨੀਆ ਦੇ ਬਹੁਤ ਸਾਰੇ ਸੰਵਿਧਾਨ ਚ ਉਹਦੀ ਵਿਆਖਿਆ ਕੀ ਹੈ। ਸਾਡਾ ਸੰਵਿਧਾਨ ਵੀ ਜਿਹੜਾ ਜੇ ਸੰਵਿਧਾਨਕ ਵਿਆਖਿਆ ਤਾਂ ਉਹਦੀ ਹੋਰ ਆ। ਇਹਦਾ ਜਵਾਬ ਦੇ। ਸੰਵਿਧਾਨ ਵਿਆਖਿਆ ਤਾਂ ਮੋਦੀ ਕਹਿੰਦੇ ਨੇ ਕੋਆਪਰੇਟਿਵ ਫੈਡਰਲਿਜ਼ਮ, ਉਹ ਲਾਗੂ ਤਾਂ ਕਿਤੇ ਨਹੀਂ ਹੁੰਦਾ। ਨਹੀਂ ਮੈਂ ਇਹਦਾ ਜਵਾਬ ਦਿੰਨਾ। ਨਹੀਂ ਕੋਆਪਰੇਟਿਵ ਫੈਡਰਲਿਜ਼ਮ, ਹਾਂ ਕੋਆਪਰੇਟਿਵ ਫੈਡਰਲਿਜ਼ਮ ਸਹਿਯੋਗੀ ਜਿਹੜਾ ਨਾ, ਹਾਂ ਪਰ ਉਹ ਰਿਐਲਿਟੀ 'ਚ ਨਹੀਂ ਆ ਨਾ। ਮੈਂ ਇਹਦੀ ਤੁਹਾਨੂੰ ਜਵਾਬ ਦਿੰਨਾ। ਅੱਜ ਯੂਰਪੀਅਨ ਸਿਵਲਾਈਜੇਸ਼ਨ 올ਡੈਸਟ ਸਿਵਲਾਈਜੇਸ਼ਨ ਆ ਵਰਲਡ ਦੀ। ਤੁਸੀਂ ਯੂਰਪ 'ਚ ਫੈਡਰਲਿਜ਼ਮ ਦੀ ਪਰਿਭਾਸ਼ਾ ਦੇਖੋ, ਕਿਵੇਂ ਛੋਟੇ-ਛੋਟੇ ਦੇਸ਼ ਇੱਕ ਪੂਰੀ ਯੂਰਪ ਯੂਨੀਅਨ 'ਚ ਕਿਵੇਂ ਰਹਿ ਰਹੇ ਸੀ, ਆਪਦੇ ਕਲਚਰ ਨੂੰ ਵੀ ਸੰਭਾਲ ਕੇ ਰੱਖ ਰਹੇ ਸੀ, ਆਪਦੀ ਐਗਜ਼ਿਸਟੈਂਸ ਨੂੰ ਵੀ ਸੰਭਾਲ ਕੇ ਰੱਖ ਰਹੇ ਸੀ। ਤੇ ਜੇ ਆਪਾਂ ਸਵਿਟਜ਼ਰਲੈਂਡ ਦੀ ਆਪਾਂ ਇਹਦੇ 'ਚ ਐਗਜ਼ਾਮਪਲ ਲਈਏ ਤਾਂ 22 ਕੈਂਟੋਜ਼ ਆ ਇੱਕ ਛੋਟੀ ਜੀ ਧਰਤੀ 'ਚ, ਤੇ ਉੱਥੇ ਜੇ 200 ਬੰਦਾ ਵੀ ਖੜਾ ਹੋ ਜਾਂਦਾ ਨਾ ਤੇ ਇਹ ਕਹਿੰਦਾ ਵੀ ਸਾਡੀ ਜਿਹੜੀ ਧਰਤੀ ਹੋਰ ਆ ਜਾਂ ਸਾਡੀ ਜੀਵਨ ਸ਼ੈਲੀ ਹੋਰ ਆ, ਸਾਡਾ ਕਲਚਰ ਹੋਰ ਆ, ਤੇ ਸਾਨੂੰ ਵੱਖਰਾ ਡਿਕਲੇਅਰ ਕਰੋ। ਉਹਨੂੰ ਕਰ ਦਿੰਦੇ ਆ। ਉਹਨਾਂ ਦਾ ਮੋਟੋ ਹੀ ਇਹ ਆ ਵੀ ਸਮਾਲ ਇਜ਼ ਬਿਊਟੀਫੁਲ। ਤੇ ਸਾਡੇ ਕੋਲੇ ਜਿਹੜੀ ਡਾਈਵਰਸਿਟੀ ਆ ਨਾ ਇਸ ਦੇ, ਤਾਂ ਹੀ ਕਹਿੰਦਾ 47 ਤੋਂ ਲੈ ਕੇ ਕਾਂਗਰਸ ਹੋਵੇ, ਬੀਜੇਪੀ ਹੋਵੇ, ਹਾਂਜੀ ਜਨਤਾ ਦਲ ਹੋਵੇ, ਜਨਤਾ ਦਲ ਵਾਲਾ ਵੀ ਦੌਰ ਲੈ ਲੈਂਦੇ ਆ, ਲੈਫਟ ਹੋਵੇ ਰਾਈਟ ਹੋਵੇ, ਹਾਂਜੀ ਬਿਲਕੁਲ। ਤੇ ਸਮਝ ਤੇ ਸਭ ਦੀ ਜਿਹੜੀ ਪ੍ਰੈਕਟਿਸ ਆ ਗਈ, ਮੈਂ ਤਾਂ ਹੀ ਕਹਿ ਰਿਹਾ ਨਾ, ਨਹੀਂ, ਜਿਹੜੀ ਇਸ ਯੂਨੀਅਨ ਦੀ ਪ੍ਰੈਕਟਿਸ ਆ 47 ਤੋਂ ਲੈ ਕੇ 2020 ਤੱਕ, ਉਹ ਤੇ ਸੈਂਟਰਲਾਈਜ਼ਡ ਹੀ ਹੋਇਆ ਨਾ। ਸੈਂਟਰਲਾਈਜ਼ ਕਰਨਾ ਚੀਜ਼ਾਂ ਸੈਂਟਰਲਾਈਜ਼ ਦੀ ਨਹੀਂ ਆ ਉਹ ਮੈਜੋਰਿਟੇਰੀਅਨ ਤੇ ਸੈਂਟਰਲਾਈਜ਼ ਆ। ਹਾਂ ਮੈਜੋਰਿਟੇਰੀਅਨ ਐਂਡ ਸੈਂਟਰਲਾਈਜ਼ ਕਰਨ ਦਾ ਮਤਲਬ ਇਹੀ ਹੈਗਾ ਤੁਸੀਂ ਨਹੀਂ ਮੈਜੋਰਿਟੇਰੀਅਨ ਸਿਸਟਮ ਨੂੰ ਸਰਵ ਕਰਦਾ ਸੈਂਟਰਲਾਈਜ਼ ਕਰਕੇ। ਉਹ ਕਿਉਂਕਿ ਇੱਕ ਮੈਜੋਰਿਟੀ ਨੂੰ ਉਹਨਾਂ ਨੇ ਵੋਟ ਪੋਲਿਟਿਕਸ ਕਰਨੀ ਆ, ਮੈਜੋਰਿਟੀ ਨੂੰ ਸਰਵ ਕਰਨਾ, ਉਹਨੂੰ ਸੈਂਟਰਲਾਈਜ਼ ਕਰਕੇ ਕਰਦੇ ਆ ਵੀ ਇਸ ਮੈਜੋਰਿਟੀ ਦੇ ਅਕੋਰਡਿੰਗਲੀ ਜੋ ਸਾਰੇ ਦੇਸ਼ 'ਚ ਕਾਨੂੰਨ ਲਾਗੂ ਹੋਵੇ ਉਹੀ ਹੋਵੇ। ਜਿਹੜੀ ਮਾਈਨੋਰਿਟੀ ਆ ਤੁਸੀਂ ਚਾਹੇ ਤਾਂ ਹੀ ਕਹਿੰਦਾ ਇੰਨਾ ਸੌਖਾ ਡੀਸੈਂਟਰਲਾਈਜੇਸ਼ਨ ਤੁਸੀਂ ਕਿੱਥੋਂ ਭਾਲ ਰਹੇ ਹੋਗੇ। ਨਹੀਂ ਆਪਾਂ ਦੇਖੋ ਆਪਾਂ ਇੰਨਾ ਸੌਖਾ ਡੀਸੈਂਟਰਲਾਈਜੇਸ਼ਨ ਆ ਜਿਹੜਾ। ਹਾਂਜੀ ਡੀਸੈਂਟਰਲਾਈਜੇਸ਼ਨ ਦੇ ਉੱਤੇ ਵੈਸੇ ਪੰਜਾਬੀਆਂ ਦੇ ਇਤਰਾਜ਼ ਹੋਣਗੇ ਗਾਂਧੀ ਦੇ ਨਾਲ। ਗਾਂਧੀ ਬਹੁਤ ਜ਼ਿਆਦਾ ਜ਼ੋਰ, ਜੇ ਗਾਂਧੀ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਤੁਸੀਂ, ਡੀਸੈਂਟਰਲਾਈਜੇਸ਼ਨ ਦੇ ਉੱਤੇ ਬਾਰ-ਬਾਰ ਬਹੁਤ ਜ਼ਿਆਦਾ ਜ਼ੋਰ ਦਿੱਤਾ ਸੀ ਗਾਂਧੀ। ਬੋਲਣ ਸ਼ਬਦਾਂ 'ਚ ਨਹੀਂ ਕਦੇ ਦੇਖੋ ਇਹ ਤੁਸੀਂ ਪਰਦੇ ਦੇ ਪਿੱਛੇ ਕੀ ਚੱਲਿਆ। ਸ਼ਬਦਾਂ 'ਚ ਕਹਿਣਾ ਮੈਂ, ਉਹ ਲਿਖਤਾਂ 'ਚ ਨਹੀਂ, ਮੈਂ ਇਹੀ ਗੱਲ ਲਿਖਤਾਂ 'ਚ ਕਹਿ ਰਿਹਾ ਬਾਈ ਜੀ। ਜਦੋਂ ਇੱਕੋ ਸਿੰਪਲ ਐਗਜ਼ਾਮਪਲ, ਜਦੋਂ ਡਾਕਟਰ BR ਅੰਬੇਡਕਰ ਨੇ ਸੈਪਰੇਟ ਇਲੈਕਟੋਰੇਟ ਮੰਗਿਆ ਸੀ ਹਨਾ ਦਲਿਤਾਂ ਵਾਸਤੇ, ਸਭ ਤੋਂ ਵੱਧ ਉਹਦਾ ਵਿਰੋਧ ਗਾਂਧੀ ਨੇ। ਪੂਨਾ ਪੈਕਟ ਜਦੋਂ ਹੋਇਆ, ਪੂਨਾ ਦੇ ਅੰਦਰ ਜਾ ਕੇ ਗਾਂਧੀ ਭੁੱਖ ਹੜਤਾਲ ਤੇ ਬੈਠਿਆ। ਬਾਅਦ ਚੋਂ ਓਸ਼ੋ ਦੀ ਇੱਕ ਬੜੀ ਵੱਡੀ ਸਟੇਟਮੈਂਟ ਆ ਪੂਨਾ ਪੈਕਟ ਬਾਰੇ। ਓਸ਼ੋ ਕਹਿੰਦਾ ਕਿ ਮਹਾਤਮਾ ਗਾਂਧੀ ਦੀ ਸਭ ਤੋਂ ਵੱਡੀ ਹਿੰਸਾ ਸੀ ਜਿਹੜਾ ਬੰਦਾ ਆਪਣੇ ਆਪ ਨੂੰ ਹਿੰਸਕ, ਭੁੱਖ ਹੜਤਾਲ ਕਰਨਾ ਵੀ ਹਿੰਸਾ ਗਈ ਕਿਸੇ ਉਸ ਬੰਦਿਆਂ ਤੇ ਜਿਨ੍ਹਾਂ ਤੇ ਇਤਿਹਾਸਕ ਤੌਰ ਦੇ ਉੱਤੇ ਇੱਕ ਜ਼ੁਲਮ ਹੋਏ ਹੋਣ। ਐਬਸੋਲੂਟਲੀ ਇਤਿਹਾਸਕ ਤੇ ਗਲਬਾ ਹੀ ਪਾ ਰੱਖਿਆ ਤੁਸੀਂ, ਦੈਵੀ ਗਲਬਾ ਵੀ ਤੁਸੀਂ ਤਾਂ ਇਨਸਾਨ ਹੀ ਨਹੀਂ ਹਨਾ। ਸੋ ਡਾਕਟਰ BR ਅੰਬੇਡਕਰ ਦੀ ਗੱਲ ਕਿਵੇਂ ਰੱਖੀ ਉਹਨਾਂ ਨੇ, ਕਿਵੇਂ ਭੁੱਖ ਹੜਤਾਲ ਤੇ ਬੈਠੇ, ਕਿਵੇਂ ਉਹਨਾਂ ਨੇ ਉਸ ਵੇਲੇ ਧਮਕੀਆਂ ਦਿੱਤੀਆਂ ਵੀ ਜੇ ਬਾਪੂ ਨੂੰ ਕੁਝ ਹੋ ਗਿਆ ਉਹਨਾਂ ਦੇ ਸਪੋਰਟਰਸ ਨੇ ਅਸੀਂ ਅੱਗਾਂ ਲਾ ਦਾਂਗੇ, ਤੇ ਕਿਤੇ ਘਟਨਾਵਾਂ ਹੋਈਆਂ ਵੀ। ਸੋ ਜਿਹੜੀ ਗੱਲ ਆਪਾਂ ਹੁਣ ਕਰ ਰਹੇ ਆ, ਜੇ ਤੁਸੀਂ ਕਹਿ ਰਹੇ ਹੋ ਮਹਾਤਮਾ ਗਾਂਧੀ ਜਿਹੜੇ ਸੀਗੇ, ਲਿਖਤੀ ਰੂਪ 'ਚ ਕਹਿਣਾ ਮੈਂ, ਸ਼ਬਦਾਂ 'ਚ ਤੇ ਕੋਈ ਵੀ ਕਹਿ, ਜਿਵੇਂ ਕਨਸਟੀਟਿਊਸ਼ਨ ਦੇ ਅੰਦਰ ਤਾਂ ਲਿਖਿਆ ਹੋਇਆ ਕਿ ਡੀਸੈਂਟਰਲਾਈਜੇਸ਼ਨ ਕਰੋ। ਕਨਸਟੀਟਿਊਸ਼ਨ ਤਾਂ ਕਹਿੰਦਾ ਕਿ ਰੀਅਲ ਫੈਡਰਲਿਜ਼ਮ ਹੋਵੇ, ਹੋਇਆ ਤਾਂ ਨਹੀਂ ਨਾ ਕਦੇ। ਨਹੀਂ ਫਿਰ ਉਹੀ ਤਾਂ ਲੜਾਈ ਕੀ ਆ ਸਾਡੀ ਤਾਂ ਗੱਲ। ਨਹੀਂ ਤੁਸੀਂ ਹੁਣ ਜਿਹੜਾ ਸਵਾਲ ਪੁੱਛਿਆ ਸੀ ਵੀ ਇਹ ਇੰਨਾ ਸੌਖਾ ਕਿਵੇਂ ਲੱਗਦਾ, ਮੈਂ ਤਾਂ ਕਦੇ ਕਿਹਾ ਹੀ ਨਹੀਂ ਸੌਖਾ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਆ ਵੀ ਜਦੋਂ ਮੈਂ ਇਸ ਰਾਹ ਤੇ ਤੁਰਿਆ, ਇਸ ਰਾਹ ਦਾ ਜਿਹੜਾ ਇਤਿਹਾਸ ਆ ਉਹਨੂੰ ਵਾਚਿਆ ਤਾਂ ਉਹ ਬਹੁਤ ਸਿਖਾਵਾਂ ਨਹੀਂ ਸੀ। ਹੁਣੇ ਹੀ ਆਪਾਂ ਗੱਲ ਕੀਤੀ ਆ ਤੇ ਕਿਹੜੇ ਰਾਹ ਤੇ ਮੈਂ ਤੁਰ ਪਿਆ, ਇਹ ਇੰਨਾ ਸਿਖਾਵਾਂ ਹੈ ਨਹੀਂ। ਇਹਨੂੰ ਸੌਖੀ ਗੱਲ ਨਹੀਂ ਕਰ ਰਹੇ, ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਕੋਈ ਇਸ ਰਾਹ ਤੇ ਤੁਰੂਗਾ ਨਹੀਂ ਤੇ ਸੱਚ ਤੇ ਪਹਿਰਾ ਦੇਊਗਾ ਨਹੀਂ। ਇਹ ਵੀ ਤਾਂ ਗੱਲ ਨਹੀਂ ਨਾ ਹੋ ਸਕਦੀ। ਸਾਨੂੰ ਦੇਣਾ ਪਊਗਾ ਸੱਚ ਤੇ ਪਹਿਰਾ। ਜੇ ਅਸੀਂ ਉਸ ਗੁਰੂ ਨਾਨਕ ਜਾਂ ਉਸ ਸ੍ਰੀ ਗੁਰੂ ਗੋਬਿੰਦ ਸਿੰਘ, ਉਹਨਾਂ ਨੂੰ ਜਿਨ੍ਹਾਂ ਨੂੰ ਕਹਿੰਦੇ ਆ ਵੀ ਸਾਡਾ ਬਾਪੂ ਆ, ਉਹ ਜੇ ਅਸੀਂ ਮੰਨਦੇ ਆ ਫਿਰ ਸੱਚੇ ਦਿਲੋਂ, ਫਿਰ ਤਾਂ ਰਾਹ ਤੇ ਪਹਿਰਾ ਦੇਣਾ ਪਊਗਾ। ਮੈਂ ਇਹ ਕਹਿ ਰਿਹਾਗਾ ਕਿ ਇਹ ਗੱਲਾਂ ਕਦੇ ਸਨੀ ਦਿਓਲ ਨੂੰ ਨਹੀਂ ਸਮਝਾਈ, ਇੰਨਾ ਚਿਰ ਨਾਲ ਰਹੇ ਉਹਦੀ। ਇੰਨਾ ਗਿਆਨ ਜਿਹੜਾ ਇੱਥੇ ਵੰਡ ਰਹੇ ਹੋ, ਜੇ ਸਨੀ ਦਿਓਲ ਨੂੰ ਦਿੱਤਾ ਹੁੰਦਾ ਅੱਜ ਇਹ ਸਟੇਟਸ ਨਾ ਪਾਉਂਦਾ। ਨਹੀਂ ਬਾਈ ਗੱਲ ਉਹ ਫਿਰ ਤੁਸੀਂ ਪਰਸਨਲ ਆ ਗਏ। ਆਏ ਤਾਂ ਪਰਸਨਲ ਦੀ ਗੱਲ ਨਹੀਂ ਹੋ ਸਕਦਾ, ਉਹਦੀ ਪਾਰਟੀ ਵੀ ਹੋਰ ਹੁੰਦੀ, ਹੋ ਸਕਦਾ ਉਹ ਰਾਜਨੀਤੀ ਵੀ ਕਿਤੋਂ ਹੋਰ ਕਰ ਰਿਹਾ ਹੁੰਦਾ। ਦੇਖੋ ਮੈਂ ਜਿਵੇਂ ਇਵੋਲਵ ਹੋਇਆ ਨਾ, ਜਿਵੇਂ ਮੈਂ ਕੁਇਕ ਪਿਕ ਕੀਤੀਆਂ ਗੱਲਾਂ, ਕਾਸ਼ ਮੈਂ ਉਦੋਂ ਵੀ ਇੰਨਾ ਇਵੋਲਵਡ ਹੁੰਦਾ। ਇਹ ਸੰਘਰਸ਼ ਤੋਂ ਬਿਨਾ ਵਿੱਚ ਦੀ ਵੜੇ
ਇਹ ਗੱਲਾਂ ਨਹੀਂ ਸਿੱਖੀਆਂ ਜਾ ਸਕਦੀਆਂ ਸੀ, ਬਹੁਤ ਗੱਲਾਂ ਤੇ ਕਲੈਰਿਟੀ ਨਹੀਂ ਆਉਣੀ ਸੀ, ਹਨਾ। ਸੋ ਇਸ ਕਰਕੇ ਜੇ ਮੈਂ ਕਿਤੇ ਉਦੋਂ ਇੰਨਾ ਇਵੋਲਵ ਹੁੰਦਾ ਤਾਂ ਮੈਂ ਕੋਸ਼ਿਸ਼ ਜ਼ਰੂਰ ਕਰਦਾ, ਕਿਉਂਕਿ ਜਿੰਨੇ ਬੰਦੇ ਜੋੜੀਏ ਉਨੀ ਸਾਡੀ ਤਾਕਤ ਵੱਧਦੀ ਆ। ਸੋ ਕੋਸ਼ਿਸ਼ ਜ਼ਰੂਰ ਕਰਦਾ, ਪਰ ਉਦੋਂ ਇੰਨਾ ਇਵੋਲਵ ਨਹੀਂ ਸੀ। ਇੱਕ ਲਾਸਟ ਸਵਾਲ, ਜਿਵੇਂ ਤੁਸੀਂ ਕਹਿੰਦੇ ਬਹੁਤ ਸਾਰੀਆਂ ਤੁਹਾਡੀਆਂ ਪਰਿਭਾਸ਼ਾਵਾਂ ਨੇ, ਦੀਪ ਸਿੱਧੂ ਦੇ ਮੁਤਾਬਕ ਦੀਪ ਸਿੱਧੂ ਦੀ ਪਰਿਭਾਸ਼ਾ ਕੀ ਹੈਗੀ? ਕੁਛ ਨਹੀਂ ਹੈ ਜੀ ਮੇਰੇ ਮੁਤਾਬਕ, ਨਾ ਆਪਣਾ ਕਿਸੇ ਨਾਲ ਬੈਰ ਆ, ਹਨਾ, ਤੇ ਨਾ ਹੀ ਉਹ ਨਿਰਭਉ ਤੇ ਨਿਰਵੈਰ। ਇਹੀ ਪਰਿਭਾਸ਼ਾ ਬਸ ਆਪਣੀ। ਜਿਹੜਾ ਸਿੱਖ ਆ ਉਹ ਨਿਰਵੈਰ ਹੋਊਗਾ ਤੇ ਨਿਰਭਉ ਹੋਊਗਾ। ਸੋ ਉਹ ਬਿਗਰ ਮੀਨਸ ਲਈ ਲੜੂਗਾ। ਉਹ ਇਸ ਕਰਕੇ ਨਹੀਂ ਲੜੂਗਾ ਵੀ ਇੱਥੇ ਸਟੇਜ ਲੈ ਲਾ ਜਾਂ ਸਟੇਜ ਤੇ ਬੋਲਣ ਦਾ ਜੁਗਾੜ ਲੈ ਲਾ, ਜਾਂ ਇਹ ਤਾਂ ਆਬਸਟੈਕਲਸ ਜਿਹੜੇ ਆਉਣਗੇ ਨਾ, ਕੋਈ ਦੇਖੋ ਕਈ ਵਾਰੀ ਆਪਾਂ ਇਹ ਸੋਚਦੇ ਹਾਂ ਵੀ ਸਿੱਖ ਜੰਗ 'ਚ ਰਹਿ ਕੇ ਵੀ ਨਿਰਵੈਰ ਹੁੰਦੇ ਸੀ, ਕੌਨਫਲਿਕਟ ਵਾਲੀ ਗੱਲ ਹੈ ਨਾ ਇਹ ਤਾਂ, ਪਰ ਉਹ ਇੱਕ ਆਬਸਟੈਕਲ ਹੁੰਦੀ ਸੀ ਜੰਗ, ਉਹ that must be removed। ਭਾਈ ਕਨ੍ਹਈਆ ਜੀ ਵਰਗੀਆਂ ਉਦਾਹਰਨਾਂ ਮਤਲਬ ਕੋਈ ਦੁਨੀਆ 'ਚ ਕਿਤੇ ਮਤਲਬ ਕਿਸੇ ਇਤਿਹਾਸ 'ਚ ਨਹੀਂ ਹੋਣੀਆਂ। ਹਾਂਜੀ, ਨਹੀਂ ਹੋਣੀਆਂ। ਸੋ ਇਸ ਕਰਕੇ ਨਿਰਭਉ ਤੇ ਨਿਰਵੈਰ, ਇਹਦੇ ਤੇ ਬਲ ਬਖਸ਼ਣ ਸੱਚੇ ਪਾਤਸ਼ਾਹ, ਇਹਦੇ ਤੇ ਪਹਿਰਾ ਆਪਾਂ ਦੇਈ ਚੱਲੀਏ। ਇਹੀ ਪਰਿਭਾਸ਼ਾ, ਹੋਰ ਕੋਈ ਪਰਿਭਾਸ਼ਾ ਨਹੀਂ ਹੈ ਜੀ। ਧੰਨਵਾਦ ਬਾਈ ਜੀ ਗੱਲਬਾਤ